ਉਹਨਾਂ ਦਾ ਆ ਜਿਹੜਾ ਅਸੀਂ ਮੋਗਾ ਸ਼ਹਿਰ ਦੇ ਵਿੱਚ 2 ਨੰਬਰ ਨਿਊ ਟਾਊਨ 'ਚ ਨਵਾਂ ਦਫ਼ਤਰ ਬਣਾਇਆ। ਉੱਥੇ ਆਉਣ 'ਤੇ ਤੁਹਾਡਾ ਮੈਂ ਜੀ ਆਇਆਂ ਕਹਿੰਦਾ ਔਰ ਸਵਾਗਤ ਕਰਦਾ। ਅੱਜ ਤੁਹਾਡੇ ਰੂਬਰੂ ਹੋਣ ਲਈ 2-3 ਮਕਸਦ ਸੀਗੇ। ਪਹਿਲਾਂ ਤਾਂ ਮੈਂ ਤੁਹਾਨੂੰ ਨਵੇਂ ਦਫ਼ਤਰ ਦੇ ਨਾਲ ਰੂਬਰੂ ਕਰਾਉਣਾ ਚਾਹੁੰਦਾ ਸੀਗਾ ਵੀ ਸ਼ਹਿਰ ਦੇ ਵਿੱਚ ਵੈਸੇ ਤਾਂ ਜਦੋਂ ਦਾ ਮੈਂ MLA ਬਣਿਆ ਉਦੋਂ 10 ਸਾਲ ਪਹਿਲਾਂ ਤੋਂ ਮੈਂ ਆਫਿਸ ਚਲਾ ਰਿਹਾ ਲੋਕਾਂ ਦੀਆਂ ਸਮੱਸਿਆਵਾਂ ਵਾਸਤੇ। MLA ਬਣਨ ਤੋਂ ਬਾਅਦ ਪੂਰਾ ਕਾਰਪੋਰੇਟ ਆਫਿਸ ਆ ਜਿੱਥੇ ਹਰ ਤਰੀਕੇ ਦੀਆਂ ਸਹੂਲਤਾਂ, ਪੈਨਸ਼ਨਾਂ ਦੇ ਫਾਰਮ, ਲਾਭਪਾਤਰੀ ਕਾਰਡ, ਦੂਜੇ ਤੀਜੇ ਸਾਰੇ ਅਸੀਂ ਕਾਰਡ ਬਣਾਉਂਦੇ ਹਾਂ। ਸਾਰੀਆਂ ਜੋ ਸਰਕਾਰੀ ਸਹੂਲਤਾਂ ਉਹ ਅਸੀਂ ਆਪਣਾ ਪੂਰਾ ਸਟਾਫ ਰੱਖ ਕੇ ਵੈਲ ਮੈਨੇਜ ਕੀਤਾ ਹੋਇਆ। ਅਤੇ ਇੱਕ ਸਮੱਸਿਆ ਇਹ ਆਉਂਦੀ ਸੀਗੀ ਵੀ ਉਹ ਦਫ਼ਤਰ GT ਰੋਡ 'ਤੇ ਸੀਗਾ। ਅਸੀਂ ਇਸ ਕਰਕੇ ਪਿਛਲੇ ਤਕਰੀਬਨ ਕੁਛ ਦਿਨਾਂ ਤੋਂ ਸ਼ਹਿਰ ਦੇ ਵਿੱਚ ਇਹ ਜਿਹੜਾ 2 ਨੰਬਰ ਨਿਊ ਟਾਊਨ ਦੇ ਵਿੱਚ ਆਫਿਸ ਖੋਲ੍ਹਿਆ ਹੋਇਆ। ਸੋ ਦੂਜੀ ਗੱਲ ਮੈਂ ਇਹ ਦੱਸਣੀ ਚਾਹੁੰਦਾ ਸੀਗਾ ਕਿ ਜਿਹੜਾ ਇੱਕ ਰਿਪੋਰਟ ਕਾਰਡ ਹੁੰਦਾ ਕਿ 5 ਸਾਲ ਜਿਨ੍ਹਾਂ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ, ਸਤਿਕਾਰ ਦਿੱਤਾ, ਪਾਰਟੀ ਨੇ ਮੈਨੂੰ ਟਿਕਟ ਦਿੱਤੀ, ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ MLA ਬਣਾਇਆ। ਤਾਂ ਮੈਂ ਲੋਕਾਂ ਵਾਸਤੇ ਜਿਹੜੀਆਂ ਉਹਨਾਂ ਦੀਆਂ ਉਮੀਦਾਂ ਸੀ ਉਹਦੇ 'ਤੇ ਮੈਂ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਲਾਈਨ ਹੁੰਦੀ ਹੈ ਗੁਰਬਾਣੀ ਦੀ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਅਤੇ ਸਾਡਾ ਫਰਜ਼ ਬਣਦਾ ਹੁੰਦਾ ਆਪਣੇ ਜਿਹੜੇ ਪੈਗੰਬਰ ਆ, ਵੱਡੇ ਆ, ਰਹਿਬਰ ਆ, ਉਹਨਾਂ ਨੂੰ ਯਾਦ ਰੱਖੀਏ। ਸੋ ਮੈਂ ਜੱਸਾ ਸਿੰਘ ਰਾਮਗੜੀਆ ਜੀ ਦਾ ਆਦਮਕਤ ਬੁੱਤ ਜਿਹੜਾ ਆ ਉਹ ਸ਼ਹਿਰ 'ਚ ਐਂਟਰੀ ਦੇ ਉੱਤੇ ਲਵਾਇਆ, ਔਰ ਇਸੇ ਤਰ੍ਹਾਂ ਹੀ ਅਗਰ ਸੈਨ ਮਹਾਰਾਜ ਦਾ ਲਵਾਇਆ, ਔਰ ਇੱਦਾਂ ਹੀ ਸਾਡੇ ਅਜੇ ਹੋਰ ਬੁੱਤ ਜਿਹੜੇ ਹੈਗੇ ਨੇ ਜਿਹੜੇ ਉਹਨਾਂ ਦੇ ਆਦਮਕਦ ਅਸੀਂ ਪ੍ਰਤਿਮਾਵਾਂ ਹੈਗੀਆਂ ਉਹ ਲਾਉਣ ਦਾ ਅਜੇ ਟੀਚਾ ਹੈਗਾ। 1 ਬਾਏ 1 ਇੱਕ ਅਸੀਂ ਕਰਕੇ ਆਪਣੇ ਜਿਹੜੇ ਬਜ਼ੁਰਗ ਰਹਿਬਰ ਔਰ ਸਾਡੇ ਉਹਨਾਂ ਦੇ ਅਸੀਂ ਲਵਾ ਰਹੇ ਹਾਂ। ਉਹਦੇ ਨਾਲ ਜਿੱਥੇ ਬੱਚਿਆਂ ਨੂੰ ਇਹ ਦੱਸਣ ਦਾ ਅਤੇ ਇਹ ਸਮਝਣ ਦਾ ਉਪਰਾਲਾ ਹੋਊਗਾ ਕਿ ਅਸੀਂ ਕਿਸ ਵੰਸ਼ 'ਚੋਂ ਹਾਂ, ਉੱਥੇ ਨਾਲ ਦੀ ਨਾਲ ਸ਼ਹਿਰ ਦੀ ਖੂਬਸੂਰਤੀ 'ਚ ਵੀ 4 ਚੰਨ ਲੱਗਦੇ। ਔਰ ਕਹਿੰਦੇ ਹੁੰਦੇ ਆ ਕਿ ਘਰ ਦੇ ਵਿਹੜੇ ਦੇ ਜਿਹੜੇ ਘਰ ਦੇ ਭਾਗ ਆ ਉਹ ਵਿਹੜੇ ਜਾਂ ਡਿਉੜੀ ਤੋਂ ਪਤਾ ਲੱਗਦੇ। ਸੋ ਚਾਰੇ ਜਿਹੜੀਆਂ ਦਿਸ਼ਾਵਾਂ ਨੇ, ਚਾਹੇ ਉਹ ਲੁਧਿਆਣਾ ਆ, ਚਾਹੇ ਅੰਮ੍ਰਿਤਸਰ ਰੋਡ ਆ, ਚਾਹੇ ਇੱਧਰੋਂ ਫਿਰੋਜ਼ਪੁਰ ਰੋਡ ਹੈਗੀ ਆ, ਚਾਹੇ ਦੂਸਰਾ ਜਿਹੜਾ ਏਰੀਆ ਹੈਗਾ, ਅਸੀਂ ਚਾਰੇ ਸਾਈਡਾਂ ਦੇ ਉੱਤੇ ਕੋਟਕਪੂਰੇ ਵਾਲੇ ਪਾਸਿਓਂ ਵੀ ਅਸੀਂ ਬੁੱਤ ਲਾਏ, ਜਿਹੜੇ ਬਣਾਏ ਹੈਗੇ ਆ ਐਂਟਰੀ ਪੁਆਇੰਟ। ਉੱਥੇ ਜਿੱਥੇ ਮੋਗੇ ਨੂੰ ਵੈਲਕਮ ਲਿਖਿਆ ਲੋਕਾਂ ਲਈ, ਉੱਥੇ ਹੀ ਅਸੀਂ ਵੂਮੈਨ ਇੰਪਾਵਰਮੈਂਟ ਨੂੰ ਲੈ ਕੇ, ਯੂਥ ਦੇ ਵਾਸਤੇ, ਖੇਡਾਂ ਲਈ, ਵਾਤਾਵਰਨ ਦੇ, ਕਿਸਾਨਾਂ ਦੇ ਵਾਸਤੇ ਉਹ ਅਸੀਂ ਇੱਕ ਸਲੋਗਨਸ ਦੇ ਕੇ ਉਹਨੂੰ ਬੜੇ ਵਧੀਆ ਤਰੀਕੇ ਨਾਲ, ਤਾਂ ਕਿ ਜਦੋਂ ਕੋਈ ਬਾਹਰੋਂ ਮੋਗੇ 'ਚ ਵੜੇ ਤਾਂ ਉਹਨੂੰ ਪਤਾ ਲੱਗੇ ਕਿ ਮੈਂ ਕਿਸੇ ਚੰਗੇ ਸ਼ਹਿਰ ਦੇ ਵਿੱਚ ਵੜ ਰਿਹਾ, ਜ਼ਿਲ੍ਹੇ ਪੱਧਰ ਦੇ ਉੱਤੇ ਕਿਸੇ ਥਾਂ 'ਤੇ ਆ ਰਿਹਾ। ਔਰ ਮੈਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਆ ਕਿ ਲੋਕਾਂ ਨੇ ਉਹਨੂੰ ਬੜਾ ਭਰਮਾ ਹੁੰਗਾਰਾ ਦਿੱਤਾ ਔਰ ਉਹਨੂੰ ਸੈਲਫੀ ਪੁਆਇੰਟ ਵਾਂਗੂ ਯੂਜ਼ ਕਰ ਰਹੇ ਆ। ਇਹਦੇ ਤੋਂ ਬਿਨਾਂ ਇੱਥੇ ਮੋਗੇ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਜਦੋਂ ਮੈਂ MLA ਬਣਿਆ ਅਤੇ ਮੇਰੇ ਤੋਂ ਪਹਿਲਾਂ ਜੋ ਕਾਰਵਾਈ ਪਾਈ ਜਾ ਚੁੱਕੀ ਸੀ ਉਹ ਮੇਰੇ ਬਣਦਿਆਂ ਹੀ ਰੇਹੜੀਆਂ ਵਾਲੇ, ਫੜੀਆਂ ਵਾਲੇ, ਜਿਹੜੇ ਖੋਖਿਆਂ ਵਾਲੇ ਸੀ ਉਹਨਾਂ ਨੂੰ ਢਾਹ ਦਿੱਤਾ, ਭੰਨ ਦਿੱਤਾ, ਬੇਘਰ ਕਰ ਦਿੱਤੇ, ਬੇਦੁਕਾਨ ਕਰਤੇ। ਤੋ ਬੜੀ ਲੰਬੀ ਜੱਦੋਜਹਿਦ ਦੇ ਨਾਲ ਮੈਂ ਕੋਸ਼ਿਸ਼ ਕੀਤੀ ਉਹਨਾਂ ਨੂੰ ਮੁੜ ਵਸਾਉਣ ਦੀ। ਵੈਂਡਰ ਪਾਲਿਸੀ 'ਚ ਲਿਆਂਦਾ। ਪਹਿਲਾਂ ਅਸੀਂ ਮੰਡੀ ਦੇ ਵਿੱਚ ਉਹਨਾਂ ਨੂੰ ਪਲਾਟ ਕੱਟ ਕੇ ਦੇਣ ਲੱਗੇ ਸੀ, ਉਹਨਾਂ ਨੇ ਕਿਹਾ ਸਾਨੂੰ ਛੋਟੇ ਜਿਹੇ ਲੱਗਦੇ ਰਸਤੇ, ਇਹਨੂੰ ਚੌੜਾ ਕਰੋ, ਉਹ ਦੁਬਾਰਾ ਪਾਸ ਕਰਾ ਕੇ ਲਿਆਂਦਾ। ਉਹਦੇ ਤੋਂ ਬਾਅਦ ਫਿਰ ਉਹ ਜਦੋਂ ਉਹਨਾਂ ਦੇ ਪਲਾਟ ਮਾਲਕਾਨਾ ਹੱਕ ਦੇਣ ਲੱਗੇ ਤਾਂ ਉਹਨਾਂ ਨੇ ਖਦਸ਼ਾ ਇਹ ਸੀਗਾ ਕਿ ਅਸੀਂ ਜਿੱਥੇ ਜਿੱਥੇ ਬੈਠੇ ਹਾਂ ਸਾਨੂੰ ਉੱਥੇ ਦੀ ਮਾਲਕੀ ਜਿਹੜੇ ਹੱਕ ਉਹ ਨਹੀਂ ਮਿਲਣੇ, ਸਾਨੂੰ ਉੱਥੇ ਹੀ ਬਿਠਾਓ ਜਿੱਥੇ ਅਸੀਂ ਬੈਠੇ ਹਾਂ। ਸੋ ਚੰਨੀ ਸਰਕਾਰ ਦਾ, ਸਾਡੀ ਪੰਜਾਬ ਦੀ ਜਿਹੜੀ ਗੌਰਮੈਂਟ ਆ, ਉਹਨੇ ਜਿੱਥੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਮਾਲਕਾਨਾ ਹੱਕ ਦਿੱਤੇ ਆ, ਜਿੱਥੇ ਉਹ ਬੈਠੇ ਆ ਉੱਥੇ ਹੀ ਉਹਨਾਂ ਨੂੰ ਦੇਣ ਦਾ ਯਤਨ ਕੀਤਾ। ਭਾਵੇਂ ਅਸੀਂ ਸਾਰੇ ਪ੍ਰਬੰਧ ਕਰ ਲਏ ਸੀ, ਪ੍ਰੈਸ ਨੂੰ ਬੁਲਾ ਕੇ ਵੀਡੀਓ ਸਾਰੀ ਕਰਵਾ ਕੇ ਅਸੀਂ ਉਹਨਾਂ ਦੇ ਲੋਟਰੀ ਸਿਸਟਮ ਨਾਲ ਉਹ ਕੱਢਣ ਲੱਗੇ ਸੀ, ਪਰ ਉਹਨਾਂ ਦੀ ਮੰਗ ਨੂੰ ਦੇਖਦਿਆਂ ਹੋਇਆਂ ਮੁੜ ਕੇ ਇੱਕ ਵਾਰ ਤੋਂ ਫਿਰ ਸਾਰੀ ਪ੍ਰਕਿਰਿਆ ਨੂੰ ਕੰਪਲੀਟ ਕਰਾ ਕੇ ਹੁਣ ਉਹ ਜਿੱਥੇ ਜਿੱਥੇ ਬੈਠੇ ਆ ਉਹਨਾਂ ਨੂੰ ਉੱਥੇ ਮਾਲਕਾਨਾ ਜਿਹੜੇ ਹੱਕ ਆ ਉਹਦੇ ਅਸੀਂ ਜਗ੍ਹਾ ਅਲਾਟ ਕਰ ਰਹੇ ਹਾਂ। ਉਸੇ ਤਰੀਕੇ ਦੇ ਨਾਲ ਜਿਵੇਂ ਸਾਡੀ ਪੰਜਾਬ ਦੀ ਸਰਕਾਰ ਨੇ ਕਿਹਾ ਕਿ ਜਿੱਥੇ ਕੋਈ ਬੈਠਾ ਹੈਗਾ ਉਹਨੂੰ ਉਹਦੇ ਘਰ ਦਾ ਜਿਹੜਾ ਆ ਮਾਲਕਾਨਾ ਹੱਕ ਡਰੋਨ ਦੇ ਨਾਲ ਅਸੀਂ ਕਰਕੇ ਲਾਲ ਲਕੀਰ ਦੇ ਅੰਦਰ ਵੀ ਜਾਂ ਦੂਜੇ ਵੀ ਆ ਉਹ ਦੇਣ ਜਾ ਰਹੇ ਹਾਂ। ਸੋ ਇਸੇ ਤਰੀਕੇ ਦੇ ਨਾਲ ਮੇਰੇ ਜਿਹੜੇ ਰੇਹੜੀਆਂ, ਫੜੀਆਂ ਵਾਲੇ, ਖੋਖਿਆਂ ਵਾਲੇ ਆ
ਉਹਨਾਂ ਨੂੰ ਅਸੀਂ ਮਾਲਕਾਨਾ ਹੱਕ ਜਿਹੜੇ ਆ ਉਹ ਉੱਥੇ ਉੱਥੇ ਹੀ ਦੇ ਰਹੇ ਜਿੱਥੇ ਜਿੱਥੇ ਉਹ ਬੈਠੇ ਸੀਗੇ। ਉਹਦੇ ਤੋਂ ਬਿਨਾਂ ਮੈਂ ਜੇ ਗੱਲ ਕਰਾਂ ਕਿ ਮੇਰੀ ਆਪਣੀ ਪ੍ਰਾਇੋਰਟੀ ਸੀ ਸਿਹਤ ਤੇ ਸਿੱਖਿਆ। ਜਿੱਥੇ ਮੈਂ ਸਿੱਖਿਆ ਦੀ ਗੱਲ ਕਰਾਂ, ਜਿੰਨੇ ਮੇਰੇ ਸਕੂਲ ਆਉਂਦੇ ਆ ਉਹਨਾਂ ਦੇ ਵਿੱਚੋਂ ਤੁਸੀਂ ਨਵੀਂ ਦੇਖ ਲਓ, ਅਪਗ੍ਰੇਡ ਹੋ ਗਏ, ਪ੍ਰਾਇਮਰੀ ਸਕੂਲ ਵੀ, ਹਾਈ ਸਕੂਲ ਵੀ, ਹਾਇਰ ਸੈਕੰਡਰੀ ਸਕੂਲ ਵੀ ਅਸੀਂ ਕੁਛ ਅਪਗ੍ਰੇਡ ਕਰਾਏ ਆ। ਔਰ ਉਹਦੇ ਤੋਂ ਇਲਾਵਾ ਜਿੰਨੇ ਸਾਡੇ ਪੁਰਾਣੇ ਸਕੂਲ ਸੀ ਉਹਨਾਂ ਨੂੰ ਵੀ ਅਸੀਂ ਪੂਰੇ ਮਾਡਰਨ ਬਣਾ ਦਿੱਤਾ। ਉਹਨਾਂ ਦੇ ਵਿੱਚ ਕੰਪਿਊਟਰਸ, LCDs, ਉਹ ਸਾਰੀਆਂ ਜਿਹੜੀਆਂ ਸਮਾਰਟ ਸਕੂਲਾਂ ਦੀਆਂ ਜਿਹੜੀਆਂ ਹੈਗੀਆਂ ਸ਼ਰਤਾਂ ਨੂੰ ਪੂਰਾ ਕੀਤਾ। ਔਰ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਕਿ ਮੇਰੇ ਸਕੂਲਾਂ ਦੇ ਵਿੱਚ ਜਿੱਥੇ ਮੈਂ ਇੱਕ ਦੇ ਉਦਾਹਰਨ ਦਿੰਦਾ, ਲੰਡੇ ਕੇ, ਡਗਰੂ, ਹੋਰ ਇੱਦਾਂ ਹੀ ਝੰਡੇਵਾਲਾ, ਉਹਨਾਂ ਸਕੂਲਾਂ 'ਚ ਮੈਂ ਜਦੋਂ ਗਿਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ 45 ਸਾਲਾਂ ਬਾਅਦ 50 ਲੱਖ ਰੁਪਈਆ ਉਹਨਾਂ ਸਕੂਲਾਂ ਨੂੰ ਮਿਲਿਆ। ਸੋ ਇੰਨੀਆਂ ਵੱਡੀਆਂ ਗਰਾਂਟਾਂ। ਅੱਜ ਜਿਹੜਾ ਮੇਰਾ ਲੜਕੀਆਂ ਦਾ ਸਕੂਲ ਹੈਗਾ ਮੇਨ ਬਾਜ਼ਾਰ, ਉੱਥੇ 2 ਕਰੋੜ 28 ਲੱਖ ਰੁਪਈਆ ਆਇਆ। ਸੋ ਇਹ ਬਹੁਤ ਵੱਡੀ ਸਰਕਾਰ ਤੋਂ ਮੈਂ ਜਿਹੜੇ ਪੈਸੇ ਲਿਆ ਕੇ ਸਕੂਲਾਂ ਨੂੰ, ਅੱਛੀਆਂ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਵਾਂਗੂ ਜਿਹੜਾ ਬਣਾਉਣ ਦਾ ਯਤਨ ਕੀਤਾ। ਔਰ ਜਿਹੜੇ ਸਕੂਲਾਂ ਕੋਲ ਜਗ੍ਹਾ ਨਹੀਂ ਸੀ, ਜਿਵੇਂ ਦੱਤ ਰੋਡ ਦੇ ਉੱਤੇ ਇੱਕ ਗੁਰਦੁਆਰੇ ਸਾਹਿਬ 'ਚ ਚੱਲ ਰਿਹਾ ਸੀ, ਉਹਨਾਂ ਨੂੰ ਅਸੀਂ ਗੋਦੇਵਾਲ ਕਾਰਪੋਰੇਸ਼ਨ 'ਚੋਂ ਜਗ੍ਹਾ ਦੇ ਕੇ ਉੱਥੇ ਬਣਾ ਰਹੇ ਹਾਂ। ਸੋ ਦੂਜੀ ਮੇਰੀ ਪ੍ਰਾਇੋਰਟੀ ਸੀ ਸਿਹਤ ਦੀ। ਜਿੱਥੇ ਮੋਗੇ ਦੇ ਸਿਵਲ ਹਸਪੀਟਲ ਦੇ ਵਿੱਚ ਬਹੁਤ ਜ਼ਿਆਦਾ ਕੇਸ ਆਉਂਦੇ ਆ, ਇੱਧਰੋਂ ਕੋਟਕਪੂਰੇ ਤੱਕ, ਇੱਧਰੋਂ ਜਗਰਾਵਾਂ ਤੱਕ, ਸ਼ਾਹਕੋਟ ਤੱਕ ਅਤੇ ਫਿਰੋਜ਼ਪੁਰ ਤੱਕ, ਵੱਡਾ ਹਸਪੀਟਲ ਨਾ ਹੋਣ ਕਰਕੇ ਤਕਰੀਬਨ 450 ਡਿਲੀਵਰੀ ਜਿਹੜੀ ਆ ਉਹ ਮੋਗੇ ਸਿਵਲ ਹਸਪੀਟਲ 'ਚ ਆਉਂਦੀ ਹੈ। ਸੋ ਅਸੀਂ ਉੱਥੇ 4.5 ਕਰੋੜ ਦੀ ਲਾਗਤ ਨਾਲ ਇੱਕ ਪੂਰਾ ਨਵਾਂ ਜੱਚਾ ਬੱਚਾ ਜਿਹੜਾ ਹੈਗਾ ਵਿੰਗ ਬਣਾਇਆ, ਜਿਹਦੇ 'ਚ ਆਪਰੇਸ਼ਨ ਥੀਏਟਰ, ਲਿਫਟ, AC, ਸਾਰੀਆਂ ਸਹੂਲਤਾਂ। ਔਰ ਸਾਰਾ ਹੀ ਜਿਹੜਾ ਹਸਪੀਟਲ ਆ ਇੰਟਰਲੋਕ ਟਾਈਲਾਂ, ਐਮਰਜੈਂਸੀ ਸਾਰੀ ਰੈਨੋਵੇਟ ਕਰ ਦਿੱਤੀ ਹੈ। ਬੜੀ ਸੋਹਣਾ ਸਾਰਾ ਹਸਪੀਟਲ ਬਣ ਰਿਹਾ। ਜਿਹੜੀਆਂ ਨੀਵੀਆਂ OPD ਸੀ ਉਹ ਸਾਰੀਆਂ ਅਸੀਂ ਉੱਚੀਆਂ ਕਰਵਾ ਰਹੇ ਹਾਂ। ਸੋ ਇਹ ਜਿਹੜਾ ਬੜੀ ਦੇਰ ਦਾ ਜਿਹੜਾ, ਜਿੱਦਾਂ ਹੁਣ ਆਕਸੀਜਨ ਦੀ ਪ੍ਰੋਬਲਮ ਆ ਗਈ ਸੀ ਦਿੱਲੀ, ਕੁਛ ਮਰੀਜ਼ ICU ਦੇ ਵਿੱਚ ਆਕਸੀਜਨ ਦੇ ਸਿਲੰਡਰਾਂ ਦੀ ਘਾਟ ਨਾਲ ਵਿਚਾਰੇ ਮਾਰੇ ਵੀ ਗਏ। ਸੋ ਇਹ ਸੋਚਦਿਆਂ ਹੋਇਆਂ ਕਿ ਮੁੜ ਕੇ ਇੱਦਾਂ ਦੀ ਕੋਈ ਪ੍ਰੋਬਲਮ ਨਾ ਆਵੇ, ਮੋਗੇ ਦੇ ਸਿਵਲ ਹਸਪੀਟਲ 'ਚ 2 ਆਕਸੀਜਨ ਜਨਰੇਟਰ ਲਾਏ ਆ, ਜਿਹੜੇ ਕਿ ਉੱਥੋਂ ਹੀ ਆਕਸੀਜਨ ਬਣਾ ਕੇ ਤੇ ਬੈੱਡ ਦੇ ਉੱਤੇ ਤੱਕ ਪਾਈਪਾਂ ਅਸੀਂ ਦਿੱਤੀਆਂ DMC ਵਾਂਗ, ਉੱਥੇ ਹੀ ਮਰੀਜ਼ਾਂ ਨੂੰ ਜਿਹੜੀ ਆ ਆਕਸੀਜਨ ਵੀ ਮਿਲੂਗੀ। ਇਹਦੇ ਨਾਲ ਮੈਂ ਜੇ ਗੱਲ ਕਰਾਂ ਤਾਂ ਮੋਗੇ ਦੀ ਜਿਹੜੀ ਦਾਣਾ ਮੰਡੀ ਆ, ਬੜੀ ਦੇਰ ਬਾਅਦ, ਹਾਲਾਂਕਿ ਇਹ ਪੰਜਾਬ ਦੀਆਂ ਵੱਡੀਆਂ ਮੰਡੀਆਂ ਦੇ ਵਿੱਚੋਂ ਆ, ਉੱਥੇ ਜਿਹੜੀ ਨਾਲ ਫਰੂਟ ਦੀ ਆ, ਸਬਜ਼ੀਆਂ ਦੀ ਆ ਦਾਣਾ ਮੰਡੀ, 11.5 ਕਰੋੜ ਰੁਪਈਆ ਲਾ ਕੇ ਅਸੀਂ ਉਹਨੂੰ ਸਾਰੀ ਨੂੰ ਰੈਨੋਵੇਟ ਕੀਤਾ। ਫਲੱਡ ਲਾਈਟਾਂ ਲਵਾਈਆਂ, 4 ਦੀਵਾਰੀ ਬਹੁਤ ਸੋਹਣੀ ਉਹਦੀ RCC ਦੀ ਹੋ ਗਈ ਆ। ਫੋਕਲ ਪੁਆਇੰਟ ਤਕਰੀਬਨ 25-30 ਸਾਲ ਤੋਂ ਟੁੱਟੀਆਂ ਸੜਕਾਂ 'ਤੇ ਬੁਰਾ ਹਾਲ ਸੀ, ਉੱਥੇ 9 ਕਰੋੜ 65 ਲੱਖ ਰੁਪਈਆ ਲਿਆ ਕੇ ਉਹ ਸਾਰਾ ਰੈਨੋਵੇਸ਼ਨ ਹੋ ਗਈ ਆ। ਸੜਕਾਂ ਜਿਹੜੀਆਂ RCC ਦੀਆਂ ਸਾਰੀਆਂ ਬਣ ਗਈਆਂ। ਇਹਦੇ ਨਾਲ ਚਾਹੇ 95 ਜਿਹੜੀ ਆਪਣੀ ਨੈਸ਼ਨਲ ਹਾਈਵੇ ਆ, ਜਿਹਦਾ 11 'ਚ ਠੇਕਾ ਹੋਇਆ ਸੀ ਅਤੇ 14 'ਚ ਕੰਪਲੀਟ ਹੋਣੀ ਸੀ, ਉਹ 17 'ਚ ਮੈਂ MLA ਬਣਿਆ, ਫਿਰ ਵੀ ਬੁਰਾ ਹਾਲ ਸੀ। ਚਾਹੇ ਉਹ ਸਰਵਿਸ ਲੇਨਾਂ ਨੇ, ਚਾਹੇ ਉਹਦੇ ਮੋਗੇ 'ਚੋਂ ਲੰਘਣ ਵਾਲੇ ਫਲਾਈਓਵਰਸ ਆ, ਉਹ ਸਾਰੇ ਨੈਸ਼ਨਲ ਹਾਈਵੇ ਦੇ ਲਿਆ ਕੇ ਪੈਸੇ ਉਹਨਾਂ ਤੋਂ ਕੰਪਲੀਟ ਕਰਾਏ ਆ। ਔਰ ਉਹਨੂੰ ਅਜੇ ਹੋਰ ਵੀ ਉਹਨੂੰ ਵਧੀਆ ਬਣਾਈ ਜਾਂਦੇ ਆ, ਲਾਈਟਾਂ ਉੱਥੇ ਲੱਗ ਗਈਆਂ। ਔਰ ਇਹਦੇ ਤੋਂ ਇਲਾਵਾ ਮੋਗੇ ਸ਼ਹਿਰ ਦੀ ਚਾਹੇ ਮੇਨ ਬਾਜ਼ਾਰ, ਖਾਲਸਾ ਰੋਡ, ਜਿਹੜੀ ਗਾਂਧੀ ਰੋਡ ਆ, ਅੰਮ੍ਰਿਤਸਰ ਰੋਡ, ਜ਼ੀਰਾ ਰੋਡ, ਅੰਦਰਲੀਆਂ ਜਿਹੜੀਆਂ ਸੜਕਾਂ ਹੈਗੀਆਂ, ਚਾਹੇ ਨਗਾਹਾ ਰੋਡ ਆ, ਬੁੱਕਣ ਵਾਲਾ ਰੋਡ, ਇੰਨਾ ਬੁਰਾ ਹਾਲ ਸੀਗਾ ਉਹ ਸੜਕਾਂ ਦਾ ਕਿ ਆਪਾਂ ਵੀ ਦੇਖਿਆ, ਕਦੀ ਰਿਕਸ਼ਾ ਰੇਹੜੀ ਉਲਟ ਗਈ, ਉਹਦੀ ਵੀਡੀਓ ਚੱਲੀ ਜਾਂਦੀ ਸੀ, ਕਦੀ ਸਾਡੀ ਭੈਣ ਗਰਮਾ, ਉਹਦੀ ਮੌਤ ਇਸੇ ਕਾਰਨ ਕਰਕੇ ਹੋ ਗਈ। ਉਹ ਸਾਰੀਆਂ ਸੜਕਾਂ ਅਤੇ ਮੋਗੇ ਸ਼ਹਿਰ ਦੀਆਂ ਗਲੀਆਂ ਇੰਟਰਲੋਕ ਟਾਈਲਾਂ ਲੱਗ ਕੇ ਅੱਜ ਕੰਪਲੀਟ ਹੋ ਗਈਆਂ। ਇੱਕਾ ਦੁੱਕਾ ਰਹਿੰਦੀਆਂ ਆ, ਉਹ ਸਾਰਾ ਕੰਮ ਚੱਲੀ ਜਾਂਦਾ। ਮੋਗੇ ਦੇ ਪੁਰਾਣੇ ਮੋਗੇ ਦੇ ਵਿੱਚੋਂ ਲੰਘਦਾ ਜਿਹੜਾ ਬਹੁਤ ਵੱਡਾ ਨਾਲਾ ਸੀ, ਉਹਦੀ ਵੀ ਸਮੱਸਿਆ ਹੱਲ ਕਰਤੀ, ਉਹਦੇ 'ਚ ਸਾਰੇ ਪਾਈਪ ਪੈ ਕੇ ਉਹਨੂੰ ਕਵਰ ਕਰਾਉਣ ਲੱਗੇ। ਇਵੇਂ ਹੀ ਮੇਰੇ ਪਿੰਡਾਂ ਦੇ ਵਿੱਚ ਦੇਖ ਲਓ, ਕੋਈ ਸੜਕ, ਕੋਈ ਫਿਰਨੀ, ਕੋਈ ਗਲੀ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਰਹਿ ਗਈ ਹੋਊਗੀ। 100% ਤਾਂ ਕੋਈ ਨਹੀਂ ਡਿਲੀਵਰ ਕਰ ਸਕਦਾ, ਪਰ ਮੈਂ ਇਹ ਗਰੰਟੀ ਕਹਿ ਸਕਦਾ ਕਿ 97% ਦੇ ਕਰੀਬ ਜਿਹੜੀਆਂ ਉਹ ਕੰਪਲੀਟ ਹੋ ਗਈਆਂ। ਬੜੀਆਂ ਪੁਰਾਣੀਆਂ ਜਿਹੜੀਆਂ 50-50 ਸਾਲ ਪੁਰਾਣੀਆਂ ਜਿਹੜੀਆਂ ਪੁਲੀਆਂ ਸੀਗੀਆਂ 10.5 ਫੁੱਟ 11 ਫੁੱਟ, ਉਹ ਸਾਰੀਆਂ ਅਸੀਂ 24-24 25-25 ਫੁੱਟ ਕਰ ਦਿੱਤੀਆਂ। ਮੈਂ ਇੱਕ ਉਦਾਹਰਨ ਦੇ ਤੌਰ 'ਤੇ ਦੌਲਤਪੁਰੇ ਉੱਚੇ ਤੋਂ ਨੀਵੇਂ ਵਿਚਲੀ ਜਿਹੜੀ ਪੁਲੀ ਸੀਗੀ,
ਉਹ ਮੈਂ ਜਿੱਦਣ ਹੁਣ 25 ਫੁੱਟ ਅਸੀਂ ਕੀਤੀ ਤਾਂ ਮੈਂ ਪੁੱਛਿਆ, ਉਹ ਕਹਿੰਦੇ ਜੀ 65 'ਚ ਬਣੀ ਵੀ ਸੀ। ਸੋ ਐਡੇ ਐਡੇ ਪੁਰਾਣੇ ਜਿਹੜੇ ਆ ਉਹ ਸਾਰੇ ਚੌੜੇ ਕੀਤੇ ਆ ਪੁਲ। ਸੋ ਮੈਂ ਇਹ ਗੱਲ ਮਾਣ ਕਹਿ ਸਕਦਾ ਕਿ ਇਹ ਡਿਵੈਲਪਮੈਂਟ ਜਿਹੜੀ ਲੋਕਾਂ ਦੇ ਵਾਸਤੇ ਐਡੇ ਐਡੇ ਪੱਟੇ ਵੇ ਟੋਏ, ਪ੍ਰਤਾਪ ਰੋਡ, ਤੁਸੀਂ ਕੁਆਲਿਟੀ ਵੀ ਦੇਖੋ ਉੱਥੇ ਜਿਵੇਂ ਚੰਡੀਗੜ੍ਹ ਹੁੰਦਾ ਇਵੇਂ ਦੇ ਉੱਥੇ ਜਿਹੜੀਆਂ ਕੈਟ ਆਈਜ਼ ਔਰ ਲਾਈਨਾਂ ਲੱਗ ਕੇ ਬਣੀਆਂ। ਜਿਹੜਾ ਮੋਗੇ ਦਾ ਮੇਨ ਬਾਜ਼ਾਰ ਆ ਉਹਦੇ ਵਿੱਚ ਫਲਾਵਰ ਪੋਟ ਔਰ ਜਿਹੜੀਆਂ ਡੈਕੋਰੇਸ਼ਨ ਦੀਆਂ ਲਾਈਟਾਂ, ਸਪਾਇਰਲ ਲਾਈਟਾਂ ਲਪੇਟੀਆਂ ਵੀਆਂ ਖੰਭਿਆਂ ਦੀਆਂ, ਰਾਤ ਨੂੰ ਜੇ ਲੰਘ ਕੇ ਦੇਖੋ ਤਾਂ ਮੈਨੂੰ ਬਹੁਤ ਵਧਾਈ ਦੇ ਅਤੇ ਧੰਨਵਾਦ ਦੇ ਫੋਨ ਆਉਂਦੇ। ਐਂ ਲੱਗਦਾ ਜਿਵੇਂ ਕਿਸੇ ਵਿਆਹ 'ਚ ਡੈਕੋਰੇਸ਼ਨ ਕੀਤੀ ਹੁੰਦੀ ਹੈ। ਤੋ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਗੋਦੇਵਾਲ ਸਟੇਡੀਅਮ ਆ ਉਹ ਚਿੱਟਾ ਹਾਥੀ ਬਣਿਆ ਪਿਆ ਸੀ, ਉੱਥੇ ਕੁਛ ਨਹੀਂ ਸੀ ਹੋ ਰਿਹਾ। ਤੋ ਇੱਕ ਤਾਂ ਮੈਂ ਸਾਰੇ ਜਿੰਨੇ ਸਪੋਰਟਸ ਦੇ ਦਫ਼ਤਰ ਆ ਉਹਦੇ ਵਿੱਚ ਸ਼ਿਫਟ ਕਰਾਏ ਤਾਂ ਕਿ ਉੱਥੇ ਸਫਾਈ ਹੁੰਦੀ ਰਹੇ, ਅਫਸਰ ਉੱਥੇ ਬਹਿਣ। ਦੂਜਾ 85 ਲੱਖ ਰੁਪਈਆ ਲਿਆ ਕੇ ਉਹਨੂੰ ਉਹਦੀ ਰੈਨੋਵੇਸ਼ਨ ਚੱਲ ਰਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਜਿਹੜੇ ਆ ਗੇਮਾਂ ਹੈਗੀਆਂ ਇੰਡੋਰ ਉਹ ਉੱਥੇ ਹੀ ਸਾਰੀਆਂ ਚੱਲਣਗੀਆਂ। ਇਹਦੇ ਨਾਲ ਜਿਹੜੇ ਮੇਰੇ ਪ੍ਰਵਾਸੀ ਲੋਕ ਹੈਗੇ ਆ ਉਹ ਇੱਕ ਛਠ ਮਾਈ ਦੀ ਪੂਜਾ ਕਰਦੇ। ਔਰ ਮੈਂ ਜਦੋਂ ਦੇਖਿਆ ਕਿ ਮੇਰੇ ਧੱਲੇ ਕੇ ਪਿੰਡ ਦੇ ਕੱਚੇ ਛੱਪੜ 'ਚ ਜੋਕਾਂ ਵਾਲੀ ਥਾਂ 'ਤੇ ਉਹ ਵਿਚਾਰੇ ਵਿੱਚ ਵੜ ਕੇ ਪੂਜਾ ਕਰਦੇ ਸੀ ਅਤੇ ਉੱਥੇ ਅਸੀਂ ਤਕਰੀਬਨ 11-12 ਲੱਖ ਰੁਪਈਆ ਲਾ ਕੇ ਉੱਥੇ ਪੌੜੀਆਂ ਬਣਾਈਆਂ, ਉਹਨੂੰ ਸਰੋਵਰ ਵਾਂਗੂ ਪੱਕਾ ਕਰਾਇਆ। ਅਤੇ ਇਸ ਵਾਰੀ ਉਹਨਾਂ ਨੇ ਸਾਰਿਆਂ ਨੇ ਮੈਨੂੰ ਧੰਨਵਾਦ ਕੀਤਾ ਜਦੋਂ ਛਠ ਪੂਜਾ ਉਹਨਾਂ ਨੇ ਪੱਕੀਆਂ ਪੌੜੀਆਂ ਦੇ ਉੱਤੇ ਖੜ੍ਹ ਕੇ ਕੀਤੀ। ਸੋ ਮੈਨੂੰ ਖੁਸ਼ੀ ਹੋਈ ਕਿ ਅਸੀਂ ਆਪਣੇ ਲੋਕਾਂ ਵਾਸਤੇ ਕੋਈ ਚੰਗਾ ਕੰਮ ਕੀਤਾ ਹੈਗਾ ਔਰ ਜਿਹਦੇ 'ਚ ਉਹਨਾਂ ਦੀ ਪੂਜਾ ਦਾ ਸਥਾਨ ਜਿਹੜਾ ਉਹਨੂੰ ਚੰਗਾ ਬਣਾਉਣ ਲਈ ਕੀਤਾ। ਇਸੇ ਤਰੀਕੇ ਦੇ ਨਾਲ ਜਿਹੜਾ ਵਾਰਡ ਨੰਬਰ 49 ਹੈਗਾ ਦੁੰਨੇ ਕੇ, ਉੱਥੇ ਸ਼ਹਿਰ ਦੇ ਵਿੱਚ ਹੁਣ ਆ ਗਿਆ। ਮੋਗੇ 'ਚ ਬੱਚਿਆਂ ਨੂੰ ਖਿਡਾਉਣ ਵਾਸਤੇ ਕਿਸੇ ਕੋਲੇ ਕੋਈ ਜਗ੍ਹਾ ਹੀ ਨਹੀਂ ਸੀ ਵੀ ਬੱਚਿਆਂ ਨੂੰ ਕਿਤੇ ਲੈ ਕੇ ਕਿੱਥੇ ਜਾਈਏ। ਤਾਂ ਫਿਰ ਅਸੀਂ ਕਹਿੰਦੇ ਹਾਂ ਕਿ ਬੱਚੇ ਮੋਬਾਈਲ 'ਤੇ ਆ, ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਆਊਟਡੋਰ ਦਾ ਚਾਹੀਦੀ ਸੀ। ਸੋ 2.25 ਕਰੋੜ ਦੀ ਲਾਗਤ ਨਾਲ 49 ਨੰਬਰ ਵਾਰਡ ਦੁੰਨੇਕਿਆਂ ਦੇ ਵਿੱਚ ਫਨ ਪਾਰਕ ਜਿਹੜਾ ਬਣ ਰਿਹਾ, ਜਿੱਥੇ ਬਹੁਤ ਸਾਰੀਆਂ ਗੇਮਾਂ ਅਤੇ ਸੈਰ ਦੀ ਅਤੇ ਹੋਰ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਬਣ ਕੇ ਅੱਧ ਦੇ ਕਰੀਬ ਤਿਆਰ ਹੋ ਗਿਆ। ਆਉਣ ਵਾਲੇ ਦਿਨਾਂ 'ਚ ਉਹ ਜਿਹੜਾ ਤਿਆਰ ਹੋ ਜਾਊਗਾ। ਇਸੇ ਤਰੀਕੇ ਦੇ ਨਾਲ ਮੋਗੇ ਦੇ ਵਿੱਚ ਮੇਰੀ ਇੱਕ ਇੱਛਾ ਸੀਗੀ ਕਿ ਮੈਂ ਇੱਥੇ ਕੋਈ ਵਧੀਆ ਮੈਰਿਜ ਪੈਲਸ ਕਮ ਕਮਿਊਨਿਟੀ ਸੈਂਟਰ ਬਣਾਵਾਂ, ਜਿੱਥੇ ਆਮ ਸਧਾਰਨ ਲੋਕ ਆਪਣੇ ਕੋਈ ਖੁਸ਼ੀ ਗਮੀ ਦੇ ਪ੍ਰੋਗਰਾਮ ਜਿਹੜੇ ਆ ਉਹ ਬਿਨਾਂ ਕੋਈ ਪੈਸਾ ਲਾਇਆ ਕਰ ਸਕਣ। ਤੋ ਕੋਸ਼ਿਸ਼ ਤਾਂ ਸੀ ਮੈਂ ਰੀਗਲ ਸਿਨੇਮੇ ਵਾਲੀ ਜਗ੍ਹਾ 'ਤੇ ਬਣਾਵਾਂ, ਪਰ ਜਥੇਬੰਦੀਆਂ ਨੇ ਕੋਈ ਅੜਿੱਕਾ ਪੈਣ ਕਰਕੇ ਮੈਂ ਹੁਣ ਜਿਹੜਾ ਉਹ ਕਮਿਊਨਿਟੀ ਸੈਂਟਰ ਹੈ ਬਾਜ਼ਾਰ ਦੇ ਵਿੱਚ, ਸਾਡਾ ਜਿਹੜਾ ਮਿਊਨਸਿਪਲ ਭਵਨ ਆ, ਮਿਊਨਸਿਪਲ ਕਾਰਪੋਰੇਸ਼ਨ ਦਾ ਦਫ਼ਤਰ ਹੈ, ਉਹਦੇ ਵਿੱਚ ਹੀ ਅਸੀਂ ਤਕਰੀਬਨ ਉਹ 5 ਕਰੋੜ ਦੀ ਲਾਗਤ ਨਾਲ ਬਣਾ ਰਹੇ ਹਾਂ, ਜਿੱਥੇ ਥੱਲੇ ਪਾਰਕਿੰਗ ਹੋਊਗੀ ਅੰਡਰਗਰਾਊਂਡ, ਉੱਥੇ ਫਸਟ ਗਰਾਊਂਡ ਫਲੋਰ ਦੇ ਉੱਤੇ ਮੈਰਿਜ ਪੈਲਸ ਵਾਂਗੂ ਹੋਊਗਾ, ਜਿੱਥੇ ਭੋਗ ਵਿਆਹ ਸਾਰਾ ਕੁਝ ਕਰ ਸਕਦੇ। ਉਹਦੇ ਉੱਪਰਲੀ ਫਲੋਰ ਦੇ ਉੱਤੇ ਕਿਚਨ ਅਤੇ ਨਾਲ ਡਾਈਨਿੰਗ ਏਰੀਆ ਆ। ਉਹਦੇ ਉੱਪਰ ਮੇਰੀ ਬੜੀ ਚਿਰ ਤੋਂ ਖੁਆਇਸ਼ ਸੀ ਕਿ ਸਾਰੇ ਪ੍ਰੈਸ ਵਾਲੇ ਇੰਨਾ ਸਾਨੂੰ ਪਿਆਰ ਕਰਦੇ ਆ, ਪਰ ਇਹਨਾਂ ਦੇ ਕੋਲੇ ਬਹਿਣ ਨੂੰ ਕੋਈ ਜਗ੍ਹਾ ਨਹੀਂ। ਆਮ ਲੋਕਾਂ ਲਈ ਵੀ ਬੜੀ ਸਮੱਸਿਆ ਸੀ, ਉਹਨਾਂ ਕੋਲ ਵੀ ਕਿਤੇ ਕੋਈ ਅਖਬਾਰ ਪੜ੍ਹਨੇ ਨੂੰ, ਸਾਂਝੀ ਥਾਂ ਬਹਿਣ ਨੂੰ ਜਗ੍ਹਾ ਨਹੀਂ ਸੀ। ਬਜ਼ੁਰਗਾਂ ਦਾ ਵੀ ਇਹੀ ਹਾਲ ਸੀ, ਕਦੀ ਕਿਸੇ ਪਾਰਕ 'ਚ ਬਹਿੰਦੇ, ਕਦੀ ਕਿਤੇ। ਸੋ ਉਹ ਫਲੋਰ ਅਸੀਂ ਇੱਕ ਲਾਇਬ੍ਰੇਰੀ ਕਮ ਪ੍ਰੈਸ ਕਾਨਫਰੰਸ ਕਮ ਪ੍ਰੈਸ ਵਾਲੇ ਭਰਾਵਾਂ ਭੈਣਾਂ ਵਾਸਤੇ ਰੱਖਿਆ, ਔਰ ਉਹਦੇ ਨਾਲ ਇੱਕ ਰੈਕਰੀਏਸ਼ਨ ਸੀਨੀਅਰ ਸਿਟੀਜ਼ਨਸ ਵਾਸਤੇ ਬਣਾਇਆ, ਜਿਹਦੇ ਵਿੱਚ ਤਾਸ਼, ਕੈਰਮ ਬੋਰਡ, ਚੈਸ, ਉਹ ਸਾਰੀਆਂ ਸਹੂਲਤਾਂ ਦੇਵਾਂਗੇ। ਤੋ ਇਹ ਮੇਰੇ ਸੁਪਨਿਆਂ ਦਾ ਪ੍ਰੋਜੈਕਟ ਸੀਗਾ, ਔਰ ਉਹ ਤੁਸੀਂ ਕਾਰਪੋਰੇਸ਼ਨ 'ਚ ਦੇਖੋ ਬਣ ਰਿਹਾ ਹੈਗਾ, ਜਲਦੀ ਉਹ ਕੰਪਲੀਟ ਹੋ ਜਾਊਗਾ। ਇਸੇ ਤਰੀਕੇ ਦੇ ਨਾਲ ਜਿਹੜਾ ਬਦਾਂਤਾ ਨਗਰ ਪਾਰਕ ਹੈਗਾ ਸਾਡਾ ਗੀਤਾ ਭਵਨ ਦੇ ਕੋਲ, ਉੱਥੇ ਬਹੁਤ ਸਾਰੇ ਸਾਡੇ ਸ਼ਹਿਰੀਏ ਜਿਹੜੇ ਸਵੇਰੇ ਸਵੇਰੇ ਐਕਸਰਸਾਈਜ਼ ਯੋਗਾ ਕਰਨ ਜਾਂਦੇ ਆ। ਸੋ ਸਰਦੀ ਦੇ ਧੁੰਦ ਦੇ ਦਿਨਾਂ ਦੇ ਵਿੱਚ ਔਰ ਬਾਰਿਸ਼ ਦੇ ਦਿਨਾਂ 'ਚ ਬੜੀ ਪ੍ਰੋਬਲਮ ਆਉਂਦੀ ਸੀ। ਉੱਥੇ ਅਸੀਂ ਬਹੁਤ ਵੱਡਾ ਇੱਕ ਯੋਗਾ ਹਾਲ ਜਿਹੜਾ ਉਹ ਬਣਨਾ ਸ਼ੁਰੂ ਹੋਇਆ ਵਿਆ, ਤਕਰੀਬਨ ਮਹੀਨੇ ਦੇ ਵਿੱਚ ਉਹ ਕੰਪਲੀਟ ਹੋ ਜਾਊਗਾ। ਜਿੱਥੇ ਪਾਣੀ ਦੀ ਸਮੱਸਿਆ ਸੀਗੀ, ਚਾਹੇ ਸੀਵਰੇਜ ਦੀ ਗੱਲ ਕਰੋ, ਚਾਹੇ ਮੀਂਹ ਵਾਲੇ ਪਾਣੀ ਦੀ, ਉਹ ਬਹੁਤ ਚਿਰ ਬਾਅਦ ਅਸੀਂ ਪਹਿਲਾਂ ਇੱਕ ਮਸ਼ੀਨ ਲਾਈ ਸੀ, ਹੁਣ ਅਸੀਂ 4 ਮਸ਼ੀਨਾਂ ਲਾ ਦਿੱਤੀਆਂ ਜਿਹੜੀਆਂ ਸੁਪਰ ਸੈਕਸ਼ਨ ਆ। ਇੱਕ ਵੱਡਿਓਂ ਲੈ ਕੇ ਸਾਰੇ ਸ਼ਹਿਰ ਦਾ ਜਿਹੜਾ ਸੀਵਰੇਜ ਸਿਸਟਮ ਆ ਉਹਦੇ ਮੂਹਰੇ ਉਹਨਾਂ ਦੇ ਕੋਲੇ ਕੈਮਰੇ ਹੈਗੇ ਆ, ਕੈਮਰੇ ਅੰਦਰ ਲਾ ਕੇ ਫਿਰ ਉਹਨੂੰ ਸਾਰੇ ਨੂੰ ਕਲੀਨ ਕਰ ਰਹੇ ਹਾਂ। ਔਰ 4 ਮਸ਼ੀਨਾਂ ਦੇ ਨਾਲ ਅਸੀਂ ਸਾਰਾ ਜਿਹੜਾ ਸ਼ਹਿਰ ਦਾ ਸੀਵਰੇਜ ਹੈ
ਜਿਹੜਾ ਜਦੋਂ ਦਾ ਬਣਿਆ ਮੈਨੂੰ ਲੱਗਦਾ ਕਲੀਨ ਹੀ ਨਹੀਂ ਹੋਇਆ। ਔਰ ਮੈਨੂੰ ਬੜੀ ਇਸ ਗੱਲ ਦੀ ਨਮੋਸ਼ੀ ਹੁੰਦੀ ਹੈ ਕਿ ਵਿਰੋਧੀ ਇੱਦਾਂ ਦੀਆਂ ਚਾਲਾਂ ਕਰਦੇ, ਵਿੱਚੋਂ ਗੱਦਾ ਮਿਲਿਆ, ਕਿਤੇ ਵਿੱਚੋਂ ਜਾਨਵਰਾਂ ਦਾ ਪੂਰਾ ਪੂਰਾ ਪਿੰਜਰ ਮਿਲਿਆ, ਕਿਤੇ ਬੋਰੇ ਭਰ ਕੇ ਇੱਟਾਂ ਪੱਥਰਾਂ ਦੇ ਸਿੱਟੇ ਮਿਲੇ ਆ। ਸੋ ਜੋ ਮਰਜ਼ੀ ਅੜਿੱਕੇ ਕਰ ਲੈਣ, ਪਰ ਅਸੀਂ ਉਹ ਸਾਰਾ ਜਿਹੜਾ ਸੀਵਰੇਜ ਸਿਸਟਮ ਆ ਉਹਨੂੰ ਸਾਫ਼ ਕਰਾ ਕੇ ਤੇ ਦਰੁਸਤ ਕਰਾਵਾਂਗੇ। ਉਹਦੇ ਵਿੱਚੋਂ ਕਈ ਥਾਵਾਂ ਤੋਂ ਪਾਈਪ ਟੁੱਟੇ ਹੋਏ ਆ। ਜਿਵੇਂ ਮੈਂ ਪਹਿਲਾਂ ਫੋਕਲ ਪੁਆਇੰਟ ਦੀ ਗੱਲ ਕੀਤੀ, ਉਹਨਾਂ ਦਾ ਪਾਣੀ ਉੱਦਾਂ ਹੀ ਵਗੀ ਜਾਂਦਾ ਹੈਗਾ 15 ਨੰਬਰ ਵਾਰਡ ਦੇ ਵਿੱਚ, ਜਿੱਥੇ ਰੇਲਵੇ ਲਾਈਨਾਂ ਦੇ ਨਾਲ ਪੁਲ ਕੋਲੇ ਆ। ਕੋਈ ਸਿਸਟਮ ਹੀ ਨਹੀਂ ਬਣਿਆ ਇੰਨੇ ਸਾਲਾਂ ਦਾ। ਉਹ ਹੁਣ ਅਸੀਂ ਕਰਵਾ ਰਹੇ ਹਾਂ। ਉੱਥੇ ਦੀ ਕੋਈ ਡੰਪ ਨਹੀਂ, ਉੱਥੇ ਸਫਾਈ ਦਾ ਬਹੁਤ ਬੁਰਾ ਹਾਲ ਆ, ਉਹ ਵੀ ਕਰਵਾਈ ਹੈ। ਉਹਦਾ ਜਿਹੜਾ ਪਾਣੀ ਦੀ ਨਿਕਾਸੀ ਵਾਸਤੇ STP ਯੂਨਿਟ ਜਿਹੜਾ ਉਹ ਮੈਂ ਪੰਜਾਬ ਸਰਕਾਰ ਤੋਂ ਮਨਜ਼ੂਰ ਕਰਵਾ ਲਿਆ, ਉਹ ਜਲਦੀ ਲੱਗ ਜਾਊਗਾ ਤਾਂ ਕਿ ਫੋਕਲ ਪੁਆਇੰਟ ਦਾ ਪਾਣੀ ਜਿਹੜਾ ਉਹ STP ਨਾਲ ਸਾਫ਼ ਹੋ ਕੇ ਫਿਰ ਉਹਨੂੰ ਅਸੀਂ ਬਾਹਰ ਕੱਢਾਂਗੇ। ਅੱਜ ਦੇ ਹਾਲਾਤ ਇਹ ਆ ਕਿ ਓਵਰਫਲੋ ਹੋ ਰਿਹਾ, ਬਹੁਤ ਸਾਰੇ ਪਾਈਪ ਟੁੱਟੇ ਪਏ ਆ। ਉਹ ਲੱਖਾਂ ਰੁਪਈਆਂ ਦਾ ਖਰਚਾ ਹੈਗਾ, ਪਰ ਉਹ ਪਾਸ ਹੋ ਚੁੱਕਿਆ ਤੇ ਉਹਨੂੰ ਅਸੀਂ ਕੰਪਲੀਟ ਕਰਵਾ ਰਹੇ ਹਾਂ ਜਲਦੀ। ਇਸੇ ਤਰੀਕੇ ਦੇ ਨਾਲ ਜਿਹੜੇ ਨਗਰ ਨਿਗਮ ਦੇ ਵਿੱਚ ਸਫਾਈ ਲਈ 5 ਟਰੈਕਟਰ ਲਿਆਂਦੇ, ਟਰਾਲੀਆਂ ਲਿਆਂਦੀਆਂ। ਜਿਹੜੇ ਇੱਥੇ ਕੱਚੇ ਮੁਲਾਜ਼ਮ ਸੀ ਉਹਨਾਂ ਨੂੰ ਸਰਕਾਰ ਜਿੱਥੇ ਪੱਕਾ ਕਰ ਰਹੀ ਹੈ, ਉੱਥੇ ਹੀ ਨਵਾਂ ਐਲਾਨ ਵੀ ਹੋਇਆ ਕਿ ਸਫਾਈ ਵਾਲੇ ਜਾਂ ਜਿਹੜੇ ਸੀਵਰਮੈਨ ਉਹਨਾਂ ਤੋਂ ਇਲਾਵਾ ਜਿਹੜੇ ਦੂਜੇ ਆ, ਕੋਈ ਟਰੈਕਟਰਾਂ ਵਾਲੇ ਡਰਾਈਵਰ ਜਾਂ ਜਿਹੜੇ ਦੂਸਰੇ ਕੱਚੇ ਆ, ਉਹ ਵੀ ਅਸੀਂ ਅੱਜ ਵੀ ਉਸ ਦੀ ਮੀਟਿੰਗ ਹੈ, ਜਿਹੜੇ ਰਹਿੰਦੇ ਮੁਲਾਜ਼ਮ ਆ ਸਾਰਿਆਂ ਦਾ ਮਤਾ ਪਾ ਕੇ ਅਸੀਂ ਉਹਨਾਂ ਨੂੰ ਪੱਕੇ ਕਰਵਾਉਣ ਜਾ ਰਹੇ ਹਾਂ। ਤੇ ਜਿਹੜਾ ਨਵਾਂ ਏਰੀਆ ਸ਼ਹਿਰ ਦੇ ਨਾਲ ਜੁੜਿਆ, ਉੱਥੇ ਸਾਰੇ ਸੜਕਾਂ, ਨਵਾਂ ਸੀਵਰੇਜ, ਪੀਣ ਵਾਲਾ ਪਾਣੀ, ਉਹਦੇ ਬਹੁਤ ਸਾਰੇ ਏਰੀਆ ਕਵਰ ਹੋ ਗਿਆ। ਬਾਕੀ ਦੇ ਵਿੱਚ ਕੰਮ ਬਹੁਤ ਜ਼ੋਰ ਨਾਲ ਚੱਲ ਰਿਹਾ ਔਰ ਵਿਦਨ ਡੇਜ਼ ਹੀ ਉਹ ਕੰਪਲੀਟ ਹੋ ਜਾਊਗਾ। ਮੋਗੇ ਦਾ ਜਿਹੜਾ ਰੀਜ਼ਨ ਹੈਗਾ, ਇੱਥੋਂ ਦੇ ਬਹੁਤ ਸਾਰੇ ਲੋਕ ਮੇਰੇ ਭੈਣ ਭਰਾ ਜਿਹੜੇ ਹੈਗੇ ਨੇ, ਸਾਡੇ ਬੱਚੇ ਆ, ਉਹ ਵਿਦੇਸ਼ਾਂ ਦੇ ਵਿੱਚ ਵੱਸਦੇ ਆ। ਸੋ ਪਾਸਪੋਰਟ ਦੀ ਸਮੱਸਿਆ ਇਹ ਸੀ ਕਿ ਇੱਕੋ ਹੀ ਪਾਸਪੋਰਟ ਸੈਂਟਰ ਸੀਗਾ, ਜਲੰਧਰ ਜਾਣਾ ਪੈਂਦਾ ਸੀ। ਸੋ ਮੈਂ MLA ਬਣਨ ਤੋਂ ਬਾਅਦ ਜਦੋਜਹਿਦ ਕੀਤੀ ਔਰ ਇੱਥੇ ਆਪਣੇ MP ਸਾਹਿਬ ਦੇ ਸਹਿਯੋਗ ਦੇ ਨਾਲ ਇੱਥੇ ਪਾਸਪੋਰਟ ਦਾ ਰੀਜਨਲ ਦਫ਼ਤਰ ਜਿਹੜਾ ਮੋਗੇ ਦੇ ਵਿੱਚ ਅਸੀਂ ਖੁਲਵਾਇਆ ਹੈਗਾ ਉਸ ਵੇਲੇ। ਸੋ ਇਸੇ ਤਰੀਕੇ ਦੇ ਨਾਲ ਬੜੀਆਂ ਹੋਰ ਚੀਜ਼ਾਂ ਹੈਗੀਆਂ। ਜਿਹੜਾ ਮੇਰਾ ਰਾਮਗੰਜ ਰੋਡ ਹੈਗਾ, ਉਹ ਬਾਬਾ ਥੰਮਣ ਸਿੰਘ ਸਾਡੇ ਜਿਹੜੇ ਆਜ਼ਾਦੀ ਘੁਲਾਟੀਏ ਉਹਨਾਂ ਦੇ ਨਾਂ 'ਤੇ ਸੀ, ਉਹ ਮਟਿਆ ਪਿਆ ਸੀ, ਉੱਤੇ ਠੇਕੇ ਵਾਲਿਆਂ ਦਾ ਬੋਰਡ ਲੱਗਾ ਸੀ, ਉਹਨੂੰ ਸਾਫ਼ ਕਰਾ ਕੇ ਉਹਨਾਂ ਦੇ ਨਾਂ ਦਿੱਤਾ। ਨਾਮਦੇਵ ਭਵਨ ਦਾ ਹੋਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੂੰ ਇਕੱਲੇ ਇਕੱਲੇ ਨੂੰ ਕਰਕੇ ਮੈਂ ਕਰ ਰਿਹਾ। ਸਾਡੇ ਸੋਨੂ ਸੂਦ ਜੀ ਸਤਿਕਾਰਯੋਗ ਐਕਟਰ ਨੇ, ਉਹਨਾਂ ਦੇ ਮੈਨੂੰ ਬਹੁਤ ਵਾਰੀ ਰਿਕੁਐਸਟ ਕੀਤੀ ਕਿ ਮੈਂ ਆਪਣੀ ਮਾਂ ਦਾ ਬਹੁਤ ਮਾਣ ਸਨਮਾਨ ਕਰਦਾ ਅਤੇ ਮੇਰੀ ਮਦਰ ਦੇ ਨਾਂ 'ਤੇ ਕੋਈ ਯਾਦਗਾਰ ਬਣਾਈ ਜਾਵੇ। ਸੋ ਉਹਨਾਂ ਦੇ ਘਰ ਨੂੰ ਜਿਹੜੀ ਸੜਕ ਹੈਗੀ ਆ, ਉਹ ਵੀ ਮੈਂ ਕਾਰਪੋਰੇਸ਼ਨ ਤੋਂ ਉਹਨਾਂ ਦੀ ਮਦਰ ਦੇ ਨਾਂ 'ਤੇ ਪ੍ਰੋਫੈਸਰ ਸਰੋਜ ਸੂਦ ਜੀ ਦੇ ਨਾਂ ਦੇ ਉੱਤੇ ਉਹ ਮਨਜ਼ੂਰ ਕਰਵਾਈ। ਉੱਥੇ ਅਸੀਂ ਪੱਥਰ ਲਾਇਆ ਔਰ ਉਹ ਸੜਕ ਵੀ ਜਿਹੜੀ ਅਸੀਂ ਬਣਾਈ। ਔਰ ਮੈਨੂੰ ਬੜਾ ਮਾਣ ਹੈ ਕਿ ਸੋਨੂ ਸੂਦ ਜੀ ਨੇ ਪੂਰੇ ਹਿੰਦੁਸਤਾਨ ਲੈਵਲ ਦੇ ਉੱਤੇ ਟਵੀਟ ਕਰਕੇ ਮੈਨੂੰ ਪ੍ਰੇਜ਼ ਕੀਤਾ ਔਰ ਉਹਨਾਂ ਨੇ ਮੇਰੀ ਸ਼ਲਾਘਾ ਕੀਤੀ ਕਿ ਮੈਂ ਜਿੱਥੇ ਉਹਨਾਂ ਦੀ ਮਦਰ ਦੇ ਨਾਂ ਦੇ ਉੱਤੇ ਸੜਕ ਬਣਾਈ, ਉਹਦੇ ਲਈ ਧੰਨਵਾਦ। ਉੱਥੇ ਉਹਨਾਂ ਨੇ ਇਸ ਗੱਲ ਲਈ ਵੀ ਸ਼ਲਾਘਾ ਕੀਤੀ ਕਿ ਮੈਂ ਪੂਰੇ ਮੋਗੇ ਦੇ ਵਾਸਤੇ ਬਹੁਤ ਅੱਛੇ ਕੰਮ ਕਰ ਰਿਹਾ। ਮੈਂ ਉਹਨਾਂ ਦਾ ਥੈਂਕਸ ਕਰਦਾ ਕਿ ਉਹਨਾਂ ਨੇ ਮੇਰੀ ਇੰਨੀ ਪ੍ਰੇਜ਼ ਕੀਤੀ ਹੈਗੀ ਆ। ਸੋ ਇਸੇ ਤਰੀਕੇ ਦੇ ਨਾਲ ਮੈਂ ਜਿਹੜਾ ਮੇਰਾ ਬਹੁਤ ਇੱਕ ਪੁਰਾਣਾ ਏਰੀਆ ਵਾਟਨਕੰਜ ਏਰੀਆ ਹੈਗਾ, ਉੱਥੇ 70ਵਿਆਂ ਦੇ ਸੰਨ ਦੇ ਵਿੱਚ ਕਿਤੇ ਗਲਤੀ ਦੇ ਨਾਲ ਉਹ ਕਾਰਪੋਰੇਸ਼ਨ ਦੇ ਨਾਂ 'ਤੇ ਜ਼ਮੀਨ ਚੜ੍ਹ ਗਈ ਆ। ਸੋ ਉਹ ਬੜੀ ਤੇਜ਼ੀ ਦੇ ਨਾਲ ਮੈਂ ਉਹ ਕਰਵਾ ਰਿਹਾ। ਸਾਰਾ ਰਿਕਾਰਡ ਉਹ ਦਰੁਸਤ ਹੋ ਗਿਆ ਆ। ਉਹ ਜਿਹੜੇ ਉੱਥੋਂ ਦੇ ਲੋਕ ਮਾਲਕ ਹੈਗੇ ਆ, ਉਹਨਾਂ ਦੇ ਨਾਂ ਦੇ ਉੱਤੇ ਉਹ ਜਿਹੜਾ ਚੜ੍ਹ ਜਾਊਗਾ, ਕੰਪਿਊਟਰਾਈਜ਼ਡ ਰਿਕਾਰਡ ਹੋ ਜਾਊਗਾ। ਤਾਂ ਫਿਰ ਕਿਸੇ ਨੂੰ ਕੋਈ ਰਜਿਸਟਰੀਆਂ ਕਰਾਉਣ ਦੀ ਜਾਂ ਕੋਈ ਹੋਰ ਜਿਹੜੀ ਆ ਉਹ ਸਮੱਸਿਆ ਨਹੀਂ ਆਊਗੀ। ਸੋ ਰੇਲਵੇ ਮਿਨਿਸਟਰ ਜਿਹੜੇ ਆਲ ਇੰਡੀਆ ਦੇ ਨੇ, ਉਹਨਾਂ ਨਾਲ ਮਿਲ ਕੇ ਮੋਗੇ ਦੇ ਰੇਲਵੇ ਸਟੇਸ਼ਨ ਨੂੰ ਆਧੁਨਿਕੀਕਰਨ ਦਾ ਪ੍ਰੋਜੈਕਟ ਪਾਇਆ ਔਰ ਮੈਂ ਇੱਥੇ ਜਿਹੜੇ ਅੰਡਰ ਬ੍ਰਿਜ ਹੈਗੇ ਆ ਉਹਨਾਂ ਦੇ ਵਾਸਤੇ ਔਰ ਜਿਹੜਾ ਨੈਸਲੇ ਕੋਲ ਆ ਉੱਥੋਂ ਇੱਕ ਅੰਡਰ ਬ੍ਰਿਜ ਬਣਾਉਣ ਵਾਸਤੇ ਅਸੀਂ ਪ੍ਰਪੋਜ਼ਲ ਪਾਈ ਵੀ ਹੈ। ਔਰ ਜਿਹੜੀ FCI ਰੋਡ ਆ, ਉਹ ਉੱਥੇ FCI ਦੇ ਗਡਾਊਨਾਂ ਕੋਲ ਆ ਕੇ ਬੰਦ ਹੋ ਜਾਂਦੀ ਆ। ਉਹ ਵੀ ਮੈਂ ਕੋਸ਼ਿਸ਼ ਕਰ ਰਿਹਾ ਕਿ ਉਹਨੂੰ ਜੇ ਅਸੀਂ ਥਰੂ ਕਰਾ ਦਈਏ ਤਾਂ ਉਹ ਸਿੱਧੀ ਜਿਹੜੀ ਆ BEd ਕਾਲਜ ਕੋਲ ਆ ਕੇ ਨਿਕਲ ਜਾਊਗੀ। ਫਿਰ ਸ਼ਹਿਰ ਦਾ ਟ੍ਰੈਫਿਕ ਜਿਹੜਾ ਉਹ ਵੰਡਿਆ ਜਾਊਗਾ। ਸੋ ਇਹਦੇ ਨਾਲ ਬੜੀਆਂ ਥਾਵਾਂ ਦੇ ਉੱਤੇ ਲੋੜ ਹੈਗੀ ਸੀ। ਜਿਵੇਂ ਇੱਕ ਸਾਡੇ ਇੱਥੇ ਆਸ਼ਰਮ ਬਣ ਰਿਹਾ ਹੈਗਾ ਜਿਹੜਾ ਸੇਵਾ ਕੁੰਜ ਨਾਥ ਆਸ਼ਰਮ, ਉਹਦੇ ਵਾਸਤੇ ਸਰਕਾਰ ਤੋਂ 2 ਲੱਖ ਰੁਪਈਆ ਲਿਆਂਦਾ। ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਹੈਗੀ ਆ, ਜਿਨ੍ਹਾਂ ਨੇ
ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਨੀਹਾਂ 'ਚ ਚਿਣਨ ਤੋਂ ਪਹਿਲਾਂ ਉਹਨਾਂ ਨੇ ਉਹਨਾਂ ਨੂੰ ਦੁੱਧ ਪਿਲਾਇਆ, ਮਾਤਾ ਗੁਜਰੀ ਜੀ ਦੀ ਸਾਂਭ ਸੰਭਾਲ ਕੀਤੀ, 5 ਲੱਖ ਰੁਪਈਆ ਉਹਨਾਂ ਦੇ ਵਾਸਤੇ ਲਿਆ ਕੇ ਦਿੱਤਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਦੇ ਵਿੱਚ। ਇਸੇ ਤਰੀਕੇ ਨਾਲ ਮਹਿਲਾਵਾਂ ਜਿਹੜੀਆਂ ਹੈਗੀਆਂ ਸਾਡੀਆਂ, ਅਸੀਂ ਗੱਲਾਂ ਬਹੁਤ ਕਰਦੇ ਹਾਂ ਪਰ ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਨ ਵਾਸਤੇ ਜੱਦੋਜਹਿਦ ਤੇ ਕੰਮ ਕੋਈ ਨਹੀਂ ਬਹੁਤੇ ਪੱਧਰ 'ਤੇ ਹੁੰਦਾ। ਸੋ ਮੈਂ ਉਹਦੇ ਵਾਸਤੇ ਮਾਈ ਮੋਗਾ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕਰਦਾ। ਉਹਨਾਂ ਨਾਲ ਰਲ ਕੇ ਅਸੀਂ ਪਹਿਲਾਂ ਉਹਨਾਂ ਨੇ ਜਿਹੜੀਆਂ ਕੰਮ ਕਰਨ ਵਾਲੀਆਂ ਮਹਿਲਾ ਹੈਗੀਆਂ ਉਹਨਾਂ ਨੂੰ ਸ਼ਨਾਖਤ ਕੀਤੀ, ਫਿਰ ਉਹਨਾਂ ਨੂੰ ਡਰਾਈਵਿੰਗ ਸਿਖਾਈ, ਉਹਨਾਂ ਦੇ ਡਰਾਈਵਿੰਗ ਲਾਇਸੈਂਸ ਬਣਵਾ ਕੇ ਦਿੱਤੇ ਔਰ ਉਹਨਾਂ ਨੂੰ 5 ਜਿਹੜੇ ਹੈਗੇ ਆ ਉਹ ਬੈਟਰੀ ਨਾਲ ਚੱਲਣ ਵਾਲੇ ਆਟੋ ਰਿਕਸ਼ਾ ਲੈ ਕੇ ਦਿੱਤੇ। ਜਿਹੜੀ ਮੇਰਾ ਈ ਰਿਕਸ਼ਾ ਮੇਰਾ ਮਾਣ ਦੇ ਤਹਿਤ ਮੁੱਖ ਮੰਤਰੀ ਸਾਹਿਬ ਨੇ ਵੀ ਉਹਨਾਂ ਨੂੰ ਆ ਕੇ ਬਹੁਤ ਸ਼ਾਬਾਸ਼ ਦਿੱਤੀ ਔਰ ਉਹਨਾਂ ਦਾ ਜਿਹੜਾ ਹੌਸਲਾ ਵਧਾਇਆ ਹੈਗਾ। ਸੋ ਇਸ ਤਰੀਕੇ ਨਾਲ ਮੇਰੀ ਕੋਸ਼ਿਸ਼ ਹੈ ਕਿ ਸਾਡੀਆਂ ਮਹਿਲਾਵਾਂ ਜਿਹੜੀਆਂ ਹਰ ਫੀਲਡ ਦੇ ਵਿੱਚ ਆਪਣੇ ਨਿਰਭਰ ਹੋਣ। ਇਸੇ ਤਰੀਕੇ ਦੇ ਨਾਲ ਅਸੀਂ ਸਾਰੇ ਧਰਮਾਂ ਦਾ ਜਿਵੇਂ ਬਰਾਬਰ ਸਨਮਾਨ ਕਰਦੇ ਹਾਂ। ਮੁਸਲਮਾਨ ਭਾਈਚਾਰੇ ਦਾ ਇੱਕ ਯੁਵਾ ਭਲਾਈ ਯੁਵਾ ਵੈਲਫੇਅਰ ਕਲੱਬ ਹੈਗਾ, 2 ਲੱਖ ਰੁਪਈਆ ਉਹਨਾਂ ਨੂੰ ਮੈਂ ਲਿਆ ਕੇ ਦਿੱਤਾ ਸਰਕਾਰ ਤੋਂ। ਔਰ ਕੱਲ੍ਹ ਉਹਨਾਂ ਨੇ ਜਿੰਨੇ ਝੁੱਗੀਆਂ ਝੌਂਪੜੀਆਂ ਵਾਲੇ ਗਰੀਬ ਹੈਗੇ ਨੇ ਉਹਨਾਂ ਦੇ ਵਾਸਤੇ ਆ ਸਰਦੀ ਨੂੰ ਦੇਖਦਿਆਂ ਹੋਇਆਂ ਬਿਸਤਰੇ ਜਿਹੜੇ ਥੱਲੇ ਵਿਛਾਉਣ ਲਈ ਗੱਦੇ ਤੇ ਉੱਪਰ ਲੈਣ ਲਈ ਰਜਾਈਆਂ, ਉਹ ਵੀ ਕੱਲ੍ਹ ਮੈਂ ਉਹਨਾਂ ਦਾ ਮੇਰੇ ਤੋਂ ਉਹਨਾਂ ਨੇ ਸ਼ੁਰੂ ਕਰਵਾਇਆ ਹੈਗਾ। ਉਹ ਜਿਹੜਾ ਹੈਗਾ ਪਲਾਨ ਆਫ ਸੈਲੀਬ੍ਰੇਸ਼ਨ ਐਂਡ ਚਰਚਿਜ਼ ਆਫ ਕ੍ਰਿਸਟ ਸੁਸਾਇਟੀ, 2 ਲੱਖ ਰੁਪਈਆ ਅਸੀਂ ਉਹਨਾਂ ਨੂੰ ਦਿੱਤਾ ਹੈਗਾ। ਸੋ ਜਿਹੜੀ ਜੱਦੋਜਹਿਦ ਹੈਗੀ ਆ ਉਹ ਨਿਰੰਤਰ ਜਾਰੀ ਆ। ਮੈਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਆਪਣੇ ਲੋਕਾਂ ਦੀ ਭਲਾਈ ਵਾਸਤੇ ਹਮੇਸ਼ਾ ਹੀ ਲੱਗਿਆ ਰਿਹਾ ਔਰ ਲੱਗਿਆ ਰਹੂੰਗਾ। ਚਾਹੇ ਕਰੋਨਾ ਦੇ ਦਿਨਾਂ ਦੀ ਗੱਲ ਕਰ ਲਓ, ਮੇਰਾ ਖਿਆਲ ਬਹੁਤ ਘੱਟ ਲੋਕ ਹੈ ਜਿਹੜਾ ਕਰੋਨਾ ਦੇ ਦਿਨਾਂ ਦੇ ਵਿੱਚ ਆਪ ਖੁੱਲ੍ਹ ਕੇ ਲੋਕਾਂ ਦੀ ਮਦਦ ਕਰਨ ਤੁਰੇ। ਹਾਲਾਂਕਿ ਮੇਰੀ ਉਸ ਵੇਲੇ ਕਾਰਪੋਰੇਸ਼ਨ ਦੀ ਟੀਮ ਨਹੀਂ ਸੀ, ਪਰ ਜਿੱਥੇ ਪਿੰਡਾਂ ਵਾਲੇ ਮੇਰੇ ਮੋਹਤਬਰਾਂ ਨੇ ਆਪਣੇ ਆਪਣੇ ਪਿੰਡ ਦੇ ਉਹਨਾਂ ਲੋਕਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਬਲਕਿ ਇੱਥੇ ਰੱਖ ਕੇ ਉਹਨਾਂ ਦੇ ਰਾਸ਼ਨ ਪਾਣੀ ਦਾ ਪ੍ਰਬੰਧ ਕੀਤਾ। ਇਵੇਂ ਹੀ ਮੇਰੀ ਸ਼ਹਿਰ ਦੀ ਜਿਹੜੀ ਟੀਮ ਸੀਗੀ ਉਹਨਾਂ ਨੇ ਵਾਰਡਾਂ ਦੇ ਵਿੱਚ ਚਾਹੇ ਉਹ ਲੋਕ ਜਿਹੜੇ ਬਾਹਰਲੇ ਸੂਬਿਆਂ ਤੋਂ ਸੀ ਉਹਨਾਂ ਨੂੰ ਵੀ ਇੱਥੇ ਸਾਂਭਿਆ ਸੰਭਾਲਿਆ। ਫੋਕਲ ਪੁਆਇੰਟ ਵਾਲਿਆਂ ਨੇ ਵੀ ਦੂਸਰਿਆਂ ਨੇ ਵੀ ਉਹਨਾਂ ਨੂੰ ਹਰ ਬੰਦੇ ਦੀ ਮੂੰਹ ਤੱਕ ਜਿਹੜਾ ਹੈਗਾ ਉਹ ਸਰਕਾਰੀ ਮਦਦ ਨਾਲ ਵੀ ਔਰ ਆਪਣੀ ਜੇਬ ਤੋਂ ਵੀ ਰਾਸ਼ਨ ਪਹੁੰਚਦਾ ਕੀਤਾ ਉਹਨਾਂ ਤੱਕ। ਔਰ ਜਿੱਥੇ ਵੀ ਕਿਤੇ ਫੋਨ ਆਇਆ ਉੱਥੇ ਮੈਂ ਇੱਕ ਵਾਰੀ ਆਪਣੀ ਟੀਮ ਨੂੰ ਕਿਹਾ ਤੇ ਫਟਾਫਟ ਉੱਥੇ ਰਾਸ਼ਨ ਅਸੀਂ ਪਹੁੰਚਦਾ ਕੀਤਾ। ਔਰ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਕਿ ਮੋਗੇ ਵਾਲਿਆਂ ਨੂੰ ਇਸ ਗੱਲ ਦਾ ਗਰਵ ਹੋਊਗਾ ਕਿ ਉਹਨਾਂ ਦਾ ਐਮਐਲਏ ਇਕੱਲਾ ਪੰਜਾਬ ਦਾ ਇੱਕ ਇਹੋ ਜਿਹਾ ਐਮਐਲਏ ਵਾਹਿਯਾਤ ਹੋਊਗਾ ਜਿਹਨੇ ਇਹੋ ਜਿਹਾ ਵਾਹਿਦ ਹੋਊਗਾ ਜਿਹਨੇ ਆਪਣੇ ਜਿਹੜੇ ਸਾਥੀ ਹੈਗੇ ਨੇ ਉਹਨਾਂ ਨਾਲ ਰਲ ਕੇ ਆਪਣੇ ਐਮਪੀ ਸਾਹਿਬ ਨਾਲ ਰਲ ਕੇ 4 ਵੈਂਟੀਲੇਟਰ ਸਿਵਲ ਹਸਪੀਟਲ ਨੂੰ ਅਸੀਂ ਦਿੱਤੇ ਉਹਨਾਂ ਦਿਨਾਂ 'ਚ ਜਦੋਂ ਕਰੋਨਾ ਦੇ ਮਰੀਜ਼ ਪੀਕ ਦੇ ਉੱਤੇ ਸੀਗੇ ਔਰ ਹਰ ਘਰ ਦੇ ਵਿੱਚ ਬੰਦਾ ਡਰਿਆ ਔਰ ਸੁੰਗੜਿਆ ਬੈਠਾ ਸੀ। ਜਦੋਂ ਸਾਡੇ ਲੀਡਰ ਵੀ ਚੰਡੀਗੜ੍ਹ ਵਾਲੀਆਂ ਕੋਠੀਆਂ 'ਚ ਬੈਠ ਕੇ ਤੇ ਵੀਡੀਓ ਕਾਨਫਰੰਸਾਂ ਨਾਲ ਸੰਦੇਸ਼ ਦਿੰਦੇ ਸੀ, ਮੇਰੀ ਟੀਮ ਤੇ ਮੈਂ ਉਦੋਂ ਘਰ ਘਰ ਦੇ ਵਿੱਚ ਅਸੀਂ ਤੁਰੇ ਫਿਰਦੇ ਰਹੇ। ਲੋਕਾਂ ਦਾ ਅਸੀਂ ਪੂਰਾ ਮਾਨ ਸਨਮਾਨ ਦੇ ਨਾਲ ਉਹਨਾਂ ਨੂੰ ਰਾਸ਼ਨ ਪਹੁੰਚਾਇਆ, 4 ਵੈਂਟੀਲੇਟਰ ਲੈ ਕੇ ਦਿੱਤੇ। ਔਰ ਜਦੋਂ ਕਿ ਕਿਸੇ ਨੂੰ ਨੰਗੇ ਹੱਥ ਨਾਲ ਟੱਚ ਕਰਕੇ ਪਲਸ ਵੀ ਨਹੀਂ ਦੇਖੀ ਜਾ ਸਕਦੀ ਸੀ, ਉਸ ਵੇਲੇ ਅਸੀਂ 5 ਪੈਰਾ ਮੈਡੀਕਲ ਮੋਨੀਟਰਸ ਲੈ ਕੇ ਦਿੱਤੇ ਜਿਹਦੇ 'ਤੇ ਪਲਸ, BP, ECG ਸਾਰਾ ਕੁਝ ਜਿਹੜਾ ਆ ਉਹ ਨਾਲ ਦੀ ਨਾਲ ਰਿਕਾਰਡ ਹੁੰਦਾ। ਉਹ ਸਰਕਾਰੀ ਹਸਪਤਾਲ ਮੋਗੇ ਨੂੰ ਦਿੱਤਾ। ਉਹਦੇ ਤੋਂ ਇਲਾਵਾ ਜਿੰਨੀਆਂ PP ਕਿੱਟਾਂ ਦੂਸਰਾ ਸਮਾਨ ਸੀਗਾ ਉਹ ਸਾਰਾ ਅਸੀਂ ਉਪਲਬਧ ਕਰਾਇਆ, ਚਾਹੇ ਸਰਕਾਰ ਤੋਂ ਚਾਹੇ ਆਪਣੇ ਪ੍ਰਾਈਵੇਟ ਤਰੀਕੇ ਦੇ ਨਾਲ। ਔਰ ਇੱਕ ਗੱਲ ਮੈਂ ਮਾਣ ਨਾਲ ਕਹਿ ਸਕਦਾ ਕਿ ਜਦੋਂ ਧਰਮਕੋਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਰਾਤ ਨੂੰ ਡਿਲੀਵਰੀ ਕੇਸ ਬਾਹਰ ਹੀ ਜਿਹੜਾ ਹੋਇਆ ਤਾਂ ਉੱਥੇ ਮੈਂ ਆਪਣੇ ਹਸਪੀਟਲ 'ਚ ਰਾਤ ਨੂੰ 2-2 ਵਜੇ ਵੀ ਤੁਸੀਂ ਸਾਰੇ ਗਵਾਹ ਆ ਕਿ ਆਪਣੇ ਹਸਪੀਟਲ 'ਚ ਮੈਂ ਆ ਕੇ ਨਿਗਰਾਨੀ ਕਰਦਾ ਰਿਹਾ ਕਿ ਇੱਥੇ ਸਭ ਕੁਝ ਜਿਹੜਾ ਠੀਕ ਠਾਕ ਚੱਲਦਾ ਰਹੇ। ਕਰੋਨਾ ਵਾਰਡਾਂ ਦੀ ਪੂਰੀ ਮੈਂ ਨਿਗਰਾਨੀ ਕਰਦਾ ਰਿਹਾ, ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਾ ਰਿਹਾ। ਔਰ ਇਸ ਗੱਲ ਦਾ ਵੀ ਤੁਹਾਨੂੰ ਪਤਾ ਕਿ ਮੈਂ ਤੁਰੇ ਜਾਂਦੇ ਨੇ ਵੀ ਜੇ ਕਦੇ ਕੋਈ ਮਰੀਜ਼ ਮਿਲਿਆ, ਇੱਕ ਵਾਰੀ ਮਹਿਣੇ ਦੇ ਕੋਲ ਕੋਈ ਬੱਚਾ ਉਹਦੀ ਮਦਰ ਤੇ ਇੱਕ ਜਣਾ ਹੋਰ ਉਹਨਾਂ ਨੂੰ ਸੜਕ 'ਤੇ ਡਿੱਗਿਆ ਪਿਆ ਨੂੰ ਮੈਂ ਆਪਦੀ ਗੱਡੀ 'ਚ ਪਾ ਕੇ ਹਸਪੀਟਲ ਲਿਆਂਦਾ। ਔਰ ਇਹ ਕਿੱਡੀ ਇਤਫਾਕਨ ਗੱਲ ਹੈ ਕਿ ਉਸੇ ਤਰੀਕ ਨੂੰ ਹੀ 30 ਸਤੰਬਰ ਨੂੰ ਹੀ ITI ਦੇ ਮੂਹਰੇ ਇੱਕ ਬੰਦਾ ਜਿਹਦੇ ਹੈਡ ਇੰਜਰੀ ਹੋ ਗਈ ਸੀ, ਮੌਕੇ 'ਤੇ ਨਾ ਸਹਾਇਤਾ ਮਿਲਦੀ ਤਾਂ ਮੌਤ ਹੋ ਜਾਣੀ ਸੀ,
ਉਹਨੂੰ ਵੀ ਮੈਂ ਆਪਣੀ ਗੱਡੀ 'ਚ ਪਾ ਕੇ ਮੋਗੇ ਸਿਵਲ ਹਸਪਤਾਲ ਲਿਆਂਦਾ ਔਰ ਇੱਥੇ ਹੈਡ ਇੰਜਰੀ ਕਰਕੇ ਉਹਨੂੰ ਵੈਂਟੀਲੇਟਰ ਵਾਲੀ ਐਂਬੂਲੈਂਸ ਦੇ ਵਿੱਚ ਫਰੀਦਕੋਟ ਪਹੁੰਚਾਇਆ ਔਰ ਮੈਨੂੰ ਬੜਾ ਸਕੂਨ ਮਿਲਿਆ ਜਦੋਂ ਉਹਦੀ ਬੇਟੀ ਨੇ ਮੈਨੂੰ ਫੋਨ ਕਰਕੇ ਧੰਨਵਾਦ ਕੀਤਾ। ਸੋ ਇਹ ਜਿਹੜੀ ਜਦੋਜਹਿਦ ਆ ਉਹਦੇ ਦੌਰਾਨ ਹੀ ਮੈਂ ਜਿਹੜੀ ਕਰੋਨਾ ਦੀ ਗੱਲ ਕਰਦਾ ਸੀ, ਕਰੋਨਾ ਦੇ ਦਿਨਾਂ ਦੇ ਵਿੱਚ ਇਸ ਗੱਲ ਦਾ ਵੀ ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਤੁਹਾਡੇ MLA ਨੂੰ ਜਿੱਥੇ ਲੋਕ ਸੇਵਾ ਕਰਦਿਆਂ ਕਰੋਨਾ ਹੋ ਗਿਆ, ਉੱਥੇ ਹੀ ਮੈਂ ਕਰੋਨਾ ਤੋਂ ਠੀਕ ਹੁੰਦਿਆਂ ਹੀ ਪਹਿਲਾ ਤੁਹਾਡਾ MLA ਆ ਪੰਜਾਬ ਦਾ ਜਿਹਨੇ ਆਪਣਾ ਜਿਹੜਾ ਉੱਥੇ ਜਾ ਕੇ ਸਰਕਾਰੀ ਜਿਹੜਾ ਮੈਡੀਕਲ ਕਾਲਜ ਹੈਗਾ ਉਹਦੇ 'ਚ ਆਪਣਾ ਪਲਾਜ਼ਮਾ ਡੋਨੇਟ ਕੀਤਾ। ਸੋ ਇਹ ਇਸੇ ਤਰੀਕੇ ਦੇ ਨਾਲ ਜਦੋਂ ਆਕਸੀਜਨ ਦੀ ਘਾਟ ਆਈ ਤੇ ਤੁਹਾਡਾ MLA ਪਹਿਲਾ MLA ਆ ਜਿਹਨੇ ਮੋਗੇ ਦੇ ਵਿੱਚ ਤਕਰੀਬਨ 65-70 ਹਜ਼ਾਰ ਦੀ ਲਾਗਤ ਨਾਲ ਇੱਕ ਆਕਸੀਜਨ ਕੰਸੈਂਟਰੇਟਰ ਆਉਂਦਾ। ਅਸੀਂ ਪਹਿਲ ਕੀਤੀ ਹੈ, ਮੋਗੇ ਦੇ ਵਿੱਚ ਆਕਸੀਜਨ ਕੰਸੈਂਟਰੇਟਰਸ ਦਾ ਬੈਂਕ ਬਣਾਇਆ ਔਰ ਆਪ ਅਸੀਂ ਫ੍ਰੀ ਆਫ ਕਾਸਟ ਲੋਕਾਂ ਨੂੰ ਜਿਹੜੇ ਤੰਦਰੁਸਤ ਹੋ ਜਾਂਦੇ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਛੁੱਟੀ ਇਸ ਕਰਕੇ ਨਹੀਂ ਸੀ ਮਿਲਦੀ ਕਿ ਉਹਨੂੰ ਆਕਸੀਜਨ ਦੀ ਲੋੜ ਹੁੰਦੀ ਸੀ, ਤੇ ਅਸੀਂ ਉਹਨਾਂ ਲੋਕਾਂ ਨੂੰ ਆਕਸੀਜਨ ਜਿਹੜੀ ਆ ਉਹਨਾਂ ਦੇ ਘਰਾਂ ਤੱਕ ਮੁਹੱਈਆ ਕਰਾਉਣ ਲਈ ਕੰਸੈਂਟਰੇਟਰਸ ਜਿਹੜੇ ਆ ਉਹਨਾਂ ਦੇ ਘਰਾਂ 'ਚ ਉਹਨਾਂ ਨੂੰ ਫ੍ਰੀ ਲਾ ਕੇ ਦਿੱਤੇ ਬੈਂਕ ਬਣਾ ਕੇ। ਸੋ ਫਿਰ ਉਹੀ ਮੇਰੀ ਪ੍ਰਪੋਜ਼ਲ 'ਤੇ ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਕੰਸੈਂਟਰੇਟਰਸ ਦਿੱਤੇ ਔਰ ਥੋੜ੍ਹੀ ਜਿਹੀ ਫੀਸ ਰੱਖ ਕੇ ਉਹ ਲੋਕਾਂ ਨੂੰ ਸਹੂਲਤ ਦਿੱਤੀ। ਅਕਾਲੀ ਦਲ ਨੇ ਵੀ ਮੇਰੇ ਤੋਂ ਹੀ ਜਿਹੜੀ ਆ ਉਹ ਦੇਖ ਕੇ ਸ਼ੁਰੂਆਤ ਕਰਕੇ ਉਹਨਾਂ ਨੇ ਵੀ ਬੈਂਕ ਜਿਹੜੇ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਕਸੀਜਨ ਕੰਸੈਂਟਰੇਟਰ ਲੈ ਕੇ ਪੰਜਾਬ 'ਚ ਕੁਝ ਜਗ੍ਹਾ 'ਤੇ ਦਿੱਤੇ। ਸੋ ਮੈਂ ਇਸ ਗੱਲ ਲਈ ਜਿਹੜਾ ਮੈਂ ਪਹਿਲਾਂ ਦੱਸ ਰਿਹਾ ਕਿ ਅਸੀਂ ਲੋਕਾਂ ਦੇ ਜਿਹੜੀ ਭਲਾਈ ਜਿਹੜੇ ਹੈਗੇ ਨੇ ਸੰਸਥਾਵਾਂ, ਇਸੇ ਤਰੀਕੇ ਦੇ ਨਾਲ ਜਿਹੜੀ ਆਪਣੀ ਰਾਮਗੜੀਆ ਵੈਲਫੇਅਰ ਸੁਸਾਇਟੀ ਆ ਜਾਂ ਵਿਸ਼ਵਕਰਮਾ ਭਵਨ ਆ, 5 ਲੱਖ ਰੁਪਈਆ ਉਹਨਾਂ ਨੂੰ ਪਹਿਲਾਂ ਹਾਲ ਵਾਸਤੇ ਮੇਰੇ ਮੰਤਰੀ ਜੀ ਦੇ ਕੇ ਗਏ ਸੀਗੇ, ਮੈਂ ਬਲਬੀਰ ਸਿੱਧੂ ਜੀ ਤੋਂ ਦਵਾਇਆ। ਹੁਣ ਉਹਨਾਂ ਦੀ ਮੰਗ ਸੀਗੀ ਵਿਸ਼ਵਕਰਮਾ ਭਵਨ ਜਿੱਥੇ ਕੋਈ ਵੀ ਬੰਦਾ ਜਾ ਕੇ ਵਿਆਹ ਜਾਂ ਕੋਈ ਆਪਣਾ ਫੰਕਸ਼ਨ ਕਰ ਸਕਦਾ, ਉਹਨਾਂ ਨੇ ਸੋਲਰ ਪੈਨਲ ਵਾਸਤੇ ਮੰਗਿਆ ਸੀ। 5 ਲੱਖ ਰੁਪਈਏ ਦੀ ਗ੍ਰਾਂਟ ਉਹਨਾਂ ਨੂੰ ਪਰਸੋਂ ਫੇਰ ਉਹ ਦੇ ਦਿੱਤੀ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਮੋਗੇ ਦਾ ਬੱਸ ਸਟੈਂਡ ਹੈਗਾ ਉਹਦੇ ਵਿੱਚ ਵੀ ਅਸੀਂ 29 ਲੱਖ ਰੁਪਈਆ ਜਿਹੜੇ ਸਾਡੇ ਮੰਤਰੀ ਰਾਜਾ ਵੜਿੰਗ ਜੀ ਉਹਨਾਂ ਤੋਂ ਪਾਸ ਕਰਵਾ ਕੇ ਉਹਨੂੰ ਅਸੀਂ ਸੋਹਣਾ ਬਣਾ ਰਹੇ ਹਾਂ। ਉੱਥੇ ਰੀਚਾਰਜ ਬੋਰ ਕਰਵਾ ਰਹੇ ਹਾਂ ਤਾਂ ਕਿ ਪਾਣੀ ਜਿਹੜਾ ਧਰਤੀ ਦੇ ਹੇਠਲਾ ਉਹਨੂੰ ਉੱਚਾ ਕਰ ਸਕੀਏ। ਔਰ ਇਸੇ ਤਰੀਕੇ ਦੇ ਨਾਲ ਹੀ ਜਿਹੜੀ AC ਬੱਸ ਹੈਗੀ ਆ ਮੋਗੇ ਤੋਂ ਚੰਡੀਗੜ੍ਹ ਤੇ ਮੋਗੇ ਤੋਂ ਦਿੱਲੀ ਜਿਹੜੀ ਆ ਉਹ ਦੁਬਾਰਾ ਸ਼ੁਰੂ ਕਰਵਾ ਰਹੇ ਹੈਗੇ ਆ। ਸੋ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਕੂੜੇ ਦੀ ਸਮੱਸਿਆ ਜਿਹੜੀ ਇੰਨੀ ਜ਼ਿਆਦਾ ਪੰਜਾਬ ਦੇ ਵਿੱਚ ਕੀ ਸਾਰੀ ਦੁਨੀਆ ਦੇ ਵਿੱਚ ਹੈਗੀ ਆ। ਸੋ ਮੋਗੇ ਦੇ ਵਿੱਚ ਅਸੀਂ ਤਕਰੀਬਨ 66 ਡੰਪ ਸੀਗੇ, ਉਹਨੂੰ ਘਟਾ ਕੇ ਅਸੀਂ 17 ਤੇ ਲੈ ਆਂਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੀ ਪ੍ਰਪੋਜ਼ਲ ਇਹ ਆ ਕਿ ਉਹ 17 ਵੀ ਖਤਮ ਕਰਕੇ ਜਿੱਦਾਂ ਅਸੀਂ ਛੋਟੇ ਹਾਥੀ ਲੈ ਕੇ ਦਿੱਤੇ ਨੇ ਉਹਨਾਂ ਨੂੰ ਕੂੜੇ ਵਾਸਤੇ, ਹੋਰ ਅਸੀਂ ਰੇਹੜੀ ਰਿਕਸ਼ਾ ਉਹਨਾਂ ਨੂੰ ਲੈ ਕੇ ਦਿੱਤੇ ਹੈਗੇ ਆ, ਇਹ ਅਸੀਂ ਹੋਰ ਖਰੀਦ ਰਹੇ ਹਾਂ ਤਾਂ ਕਿ ਉਹ ਵੀ ਡੰਪ ਜਿਹੜੇ ਖਤਮ ਕਰਕੇ ਕੂੜਾ ਘਰਾਂ ਤੋਂ ਚੱਕ ਕੇ ਸਿੱਧਾ ਜਿਹੜਾ ਪ੍ਰਾਇਮਰੀ ਡੰਪ ਧੱਲੇਕਿਆਂ ਦੇ ਕੋਲ ਬਣਿਆ ਹੋਇਆ ਅਸੀਂ ਉੱਥੇ ਹੀ ਪਹੁੰਚਾਈਏ। ਸ਼ਹਿਰ ਦੇ ਵਿੱਚੋਂ ਜਿਹੜੀ ਕੂੜੇ ਦੀ ਆ ਉਹ ਅਸੀਂ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਜਿਹੜੇ ਪਿੱਟ ਬਣਾਏ ਆ ਉਹ ਵੀ ਆਮ ਲੋਕਾਂ ਲਈ ਵੀ ਬੜੀ ਸਹੂਲਤ ਵਾਲੀ ਗੱਲ ਆ ਔਰ ਖਾਦ ਬਣੂਗੀ, ਇਹ ਸਾਰਿਆਂ ਵਾਸਤੇ ਬੜੀ ਵੱਡੀ ਗੱਲ। ਤੁਹਾਡੇ ਨਾਲ ਵਾਅਦਾ ਕਰਦਾ ਕਿ ਇਸੇ ਤਰੀਕੇ ਨਾਲ ਮੈਂ ਸਦਾ ਹੀ ਜਿਹੜਾ ਹੈਗਾ ਤੁਹਾਡੇ ਨਾਲ ਖੜਾ ਰਹੂੰਗਾ। ਮੈਂ ਜਿੰਨੇ ਵੀ ਮੇਰੇ ਚਾਹੇ ਸਿਵਲ ਹਸਪੀਟਲ ਦੀ ਗੱਲ ਕਰਾਂ, ਸਕੂਲਾਂ ਦੀ ਗੱਲ ਕਰਾਂ, ਉਹਦੇ ਤੋਂ ਇਲਾਵਾ ਮੈਂ ਜਿਹੜੀ 1-2 ਚੀਜ਼ਾਂ ਹੋਰ ਹੈਗੀਆਂ ਕਰਨ ਜਾ ਰਹੇ ਅਸੀਂ। ਆਯੂਸ਼ ਜਿਹੜਾ ਡਿਪਾਰਟਮੈਂਟ ਹੈਗਾ ਉਹਦੇ ਮੋਗੇ ਦੇ ਵਿੱਚ ਜਿੱਥੇ ਮੈਂ ਸਰਕਾਰੀ ਹਸਪਤਾਲ ਦੇ ਵਿੱਚ ਕਰੋੜਾਂ ਰੁਪਈਏ ਲਿਆ ਕੇ ਉਹਨੂੰ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ, ਉੱਥੇ ਪੰਜਾਬ ਦੇ ਵਿੱਚ ਸਿਰਫ 2 ਆਯੂਸ਼ ਹਸਪੀਟਲ ਬਣਨੇ ਸੀਗੇ, ਜਿਹੜਾ ਇੱਕ ਚੰਡੀਗੜ੍ਹ ਦੇ ਕੋਲ ਬਣਿਆ ਔਰ ਦੂਜਾ ਮੈਂ ਉਸ ਵੇਲੇ ਸਰਕਾਰ ਤੋਂ ਮਨਜ਼ੂਰ ਕਰਾ ਕੇ ਮੋਗੇ 'ਚ ਲਿਆਂਦਾ ਔਰ ਇਹਦੇ ਵਾਸਤੇ ਤੁਹਾਨੂੰ ਸਾਰੇ ਮੋਗੇ ਵਾਲਿਆਂ ਨੂੰ ਮੁਬਾਰਕਬਾਦ ਵੀ ਹੈ ਕਿ ਉਹ ਹਸਪੀਟਲ ਬਿਲਕੁਲ ਬਣ ਕੇ ਤਿਆਰ ਹੋ ਗਿਆ। 6.5 ਕਰੋੜ ਦੀ ਲਾਗਤ ਦੇ ਨਾਲ 4 ਮੰਜ਼ਿਲਾਂ ਦਾ ਹਸਪੀਟਲ, 50 ਬੈੱਡ ਦਾ ਇੱਥੇ ਦੁੰਨੇ ਕੇ ਜਿਹੜਾ 49 ਨੰਬਰ ਵਾਰਡ ਆ ਉੱਥੇ GT ਰੋਡ ਦੇ ਉੱਤੇ ਬਣ ਗਿਆ ਔਰ ਬਹੁਤ ਜਲਦੀ ਅਸੀਂ ਉੱਥੇ ਨਾਲ ਐਮਰਜੈਂਸੀ ਤੇ ਟਰਾਮਾ ਜਿਹੜਾ ਸੈਂਟਰ ਹੈ ਉਹ ਵੀ ਉੱਥੇ ਸ਼ਿਫਟ ਕਰ ਰਹੇ ਹਾਂ ਤਾਂ ਕਿ ਐਮਰਜੈਂਸੀ ਵਾਸਤੇ ਜਾਂ ਕੋਈ ਸੜਕੀ ਹਾਦਸੇ ਵਾਸਤੇ ਲੋਕਾਂ ਨੂੰ ਧੁਰ ਸ਼ਹਿਰ ਦੇ ਅੰਦਰ ਬਣੇ ਹਸਪੀਟਲ 'ਚ ਆ ਕੇ ਲੰਬਾ ਜਿਹੜਾ ਪੈਂਡਾ ਕਰਨਾ ਪੈਂਦਾ, ਬਹੁਤ ਸਾਰੀਆਂ ਕੈਜੂਅਲਟੀਜ਼ ਹੋ ਜਾਂਦੀਆਂ,
ਉਹ ਸਹੂਲਤ ਜੀਟੀ ਰੋਡ ਦੇ ਉੱਤੇ ਹੀ ਹੋਵੇ ਤਾਂ ਕਿ ਜਿਹਨੂੰ ਸਾਂਭ ਸੰਭਾਲ ਉੱਥੇ ਹੋ ਜੇ। ਜੇ ਕਿਸੇ ਨੂੰ ਸ਼ਿਫਟ ਕਰਨਾ ਹੋਵੇ ਤਾਂ ਜੀਟੀ ਰੋਡ ਤੋਂ ਹੀ ਜਿੰਨੀ ਦੇਰ ਉਹਨੂੰ ਹਸਪੀਟਲ ਬਾਜ਼ਾਰ ਵਾਲੇ 'ਚ ਆਉਣੇ ਨੂੰ ਤੇ ਮੁੜਨੇ ਨੂੰ ਟਾਈਮ ਲੱਗਦਾ, ਉਨੀ ਦੇਰ 'ਚ ਤਾਂ ਅਗਲਾ ਲੁਧਿਆਣੇ ਜਾਂ ਫਰੀਦਕੋਟ ਮੈਡੀਕਲ ਕਾਲਜ ਤੱਕ ਪਹੁੰਚਦਾ ਹੋ ਜਾਊਗਾ। ਸੋ ਇਹ ਹਸਪੀਟਲ ਬਣ ਕੇ ਪੂਰਾ ਤਿਆਰ ਹੋ ਗਿਆ। ਸਾਨੂੰ ਮਈ ਦੇ ਵਿੱਚ ਇਹ ਬਣ ਜਾਣਾ ਸੀਗਾ, ਪਰ ਕਰੋਨਾ ਕਰਕੇ ਲੇਟ ਹੋ ਗਿਆ। ਔਰ ਮੈਂ ਤੁਹਾਨੂੰ ਸੱਦਾ ਵੀ ਦਿੰਦਾ ਸਾਰਿਆਂ ਨੂੰ ਕਿ ਕੱਲ੍ਹ ਨੂੰ 16 ਤਰੀਕ ਨੂੰ ਆਪਣਾ ਦੁੰਨੇ ਕੇ ਜਿੱਥੇ ਸੋਇਲ ਟੈਸਟਿੰਗ ਲੈਬ ਹੈਗੀ ਆ, ਖੱਬੇ ਹੱਥ ਮੋਗੇ ਸ਼ਹਿਰ ਦੇ ਵਿੱਚ ਹੀ 49 ਨੰਬਰ ਵਾਰਡ 'ਚ ਕੱਲ੍ਹ ਨੂੰ ਸਾਡੇ ਡਿਪਟੀ ਮੁੱਖ ਮੰਤਰੀ ਜਿਹੜੇ ਨੇ ਸ਼੍ਰੀ OP ਸੋਨੀ ਜੀ, ਉਹ ਆ ਰਹੇ ਨੇ 3 ਵਜੇ ਉਸ ਹਸਪੀਟਲ ਦਾ ਮਹੂਰਤ ਕਰਨ ਵਾਸਤੇ। ਤੇ ਮੈਂ ਇਸ ਗੱਲ ਵਾਸਤੇ ਵੀ ਸਰਕਾਰ ਦਾ ਧੰਨਵਾਦ ਕਰਦਾ ਕਿ ਸਾਨੂੰ ਬੜੇ ਮਾਹਰ ਡਾਕਟਰਾਂ ਦੀ ਟੀਮ ਉੱਥੇ ਦੇ ਰਹੇ ਆ ਔਰ ਬੜਾ ਅੱਛਾ ਇਕੁਇਪਮੈਂਟ ਤੇ ਹਸਪੀਟਲ ਇੰਨਾ ਸੋਹਣਾ, ਉਹਦੇ 'ਚ ਲਿਫਟ ਲੱਗੀ ਵੀ ਆ, ਉਹਦੇ ਵਿੱਚ ਸਾਰੇ ਜਿੰਨੇ ਯੋਗ ਪ੍ਰਬੰਧ ਆ ਉਹ ਸਾਰੇ ਮਾਡਰਨ ਹੈਗੇ ਨੇ। DMC ਵਾਂਗੂ ਉੱਥੇ ਸਹੂਲਤਾਂ ਸਾਰੀਆਂ ਦਿੱਤੀਆਂ ਗਈਆਂ। ਸੋ ਮੈਂ ਸਮਝਦਾ ਕਿ ਜਿਹੜੇ ਲੋਕ ਆਯੁਰਵੈਦਿਕ ਟ੍ਰੀਟਮੈਂਟ ਕਰਾਉਣ ਵਾਸਤੇ ਉੱਥੇ ਤੱਕ ਜਾਂਦੇ ਸੀ, ਕੋਈ ਕੇਰਲਾ ਕੋਈ ਬੈਂਗਲੌਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪੰਚਕਰਮਾ ਸਾਰੀਆਂ ਮਸਾਜਿਸ ਉਹ ਇੱਥੇ ਹੀ ਹੋਣਗੀਆਂ। ਸੋ ਮੋਗੇ ਦੇ ਵਾਸਤੇ ਇਹ ਐਡੀ ਵੱਡੀ ਸਹੂਲਤ ਹੋਊਗੀ ਕਿ ਨਾ ਕੇਵਲ ਮੋਗੇ ਦੇ ਲੋਕ ਬਲਕਿ ਦੂਰ ਦਰਾਡੇ ਤੋਂ ਵੀ ਪੰਜਾਬ ਦੇ ਵਿੱਚ ਇਹਨੂੰ ਮੈਂ ਕਹਾਂ ਕਿ ਜੇ ਮੈਡੀਕਲ ਆਪਾਂ ਹੱਬ ਦੇ ਤੌਰ ਤੇ ਬਣਾਈਏ ਜਾਂ ਮੈਂ ਇਹ ਕਹਾਂ ਕਿ ਇੱਥੇ ਜਿਹੜਾ ਮੈਡੀਕਲ ਟੂਰਿਜ਼ਮ ਨੂੰ ਅਸੀਂ ਬੜਾਵਾ ਮਿਲੂਗਾ, ਉਹਦੇ ਨਾਲ ਬਾਹਰੋਂ ਵੀ ਲੋਕ ਆ ਕੇ ਜਿਵੇਂ ਕੇਰਲਾ ਜਾਂ ਮਦਰਾਸ ਜਾਂ ਬੈਂਗਲੌਰ ਜਾ ਕੇ ਮਹੀਨਾ ਰਹਿ ਕੇ ਟ੍ਰੀਟਮੈਂਟ, ਇੱਥੇ ਵੀ ਲੋਕ ਆ ਕੇ ਉਵੇਂ ਦਾ ਟ੍ਰੀਟਮੈਂਟ ਕਰਾਉਣਗੇ। ਸੋ ਮੈਂ ਤੁਹਾਡੇ ਨਾਲ ਜਿੰਨੇ ਕੰਮਾਂ ਦੀ ਗੱਲ ਕੀਤੀ ਹੈ, ਇਹਦੇ ਤੋਂ ਇਲਾਵਾ ਹੋਰ ਬਹੁਤ ਸਾਰੇ ਇਹੋ ਜਿਹੇ ਕੰਮ ਆ ਜਿਹੜੇ ਇਸ ਵੇਲੇ ਮੈਂ ਦੱਸਣ ਲੱਗਿਆ ਭੁੱਲ ਰਿਹਾ ਹੋਊਗਾ। ਜਿਵੇਂ ਸਾਡਾ ਕਾਰਪੋਰੇਸ਼ਨ ਬਹੁਤ ਪੁਰਾਣੀ ਬਣੀ ਹੈ, 13 ਵਾਰਡ ਹੁੰਦੇ ਸੀ ਜਦੋਂ ਬਣੀ ਆ, ਉਸ ਤੋਂ ਬਾਅਦ 33 ਹੋ ਗਏ, ਉਸ ਤੋਂ ਬਾਅਦ 50 ਹੋ ਗਏ। ਅਫਸਰ ਜਿਹੜੇ ਨੇ ਉਹ ਵੀ ਵਧੇ ਆ। ਅੱਜ ਉੱਥੇ ਲੋਕਾਂ ਨੂੰ ਇਸ ਕਰਕੇ ਸਹੂਲਤ ਪ੍ਰੋਪਰ ਨਹੀਂ ਮਿਲ ਰਹੀ ਕਿ ਉੱਥੇ ਅਫਸਰਾਂ ਦੇ ਬਹਿਣੇ ਨੂੰ ਜਗ੍ਹਾ ਹੈ ਨਹੀਂ ਤੇ ਲੋਕਾਂ ਨੂੰ ਸਹੂਲਤ ਕੀ। ਸੋ ਅਸੀਂ ਤਕਰੀਬਨ 12 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਸਰਕਾਰ ਨੇ 12 ਕਰੋੜ 33 ਲੱਖ ਰੁਪਏ ਦੀ ਬਿਲਡਿੰਗ ਜਿਹੜੀ ਆ ਉਹ ਮਨਜ਼ੂਰ ਕਰ ਦਿੱਤੀ ਆ। ਅਸੀਂ ਕਾਰਪੋਰੇਸ਼ਨ ਦੇ ਅੰਦਰ ਹੀ ਇੱਕ ਨਵੀਂ ਮਾਡਰਨ ਜਿਹੜੀ ਆ ਬਿਲਡਿੰਗ ਉਹ ਬਣਾ ਰਹੇ ਹਾਂ ਤਾਂ ਕਿ ਜਿੱਥੇ ਮੋਗਾ ਇੱਕ ਮਿਊਨਿਸਪਲ ਕਮੇਟੀ ਤੋਂ ਛੋਟੀ ਜਿਹੀ ਤੋਂ ਐਡੀ ਵੱਡੀ ਕਾਰਪੋਰੇਸ਼ਨ ਬਣ ਗਈ, ਉੱਥੇ ਅਸੀਂ ਮੋਗਾ ਕਾਰਪੋਰੇਸ਼ਨ ਦਾ ਭਵਨ ਬਣਾਵਾਂਗੇ ਜਿਹੜੀ ਤਾਂ ਕਿ ਆਮ ਲੋਕਾਂ ਨੂੰ ਉੱਥੇ ਅੱਛੀ ਤਰ੍ਹਾਂ ਬਹਿ ਕੇ ਤੇ ਆਪਦੇ ਕੰਮ ਕਰਾਉਣ ਦੀ ਸਹੂਲਤ ਮਿਲ ਸਕੇ। ਸੋ ਇਸ ਕਰਕੇ ਉਹਦੇ ਨਾਲ ਹੀ ਜਿਹੜੀਆਂ ਹੋਰ ਬੜੇ ਪ੍ਰੋਜੈਕਟ ਨੇ, ਮੈਂ ਮਲਟੀ ਸਟੋਰੀ ਪਾਰਕਿੰਗ ਉੱਥੇ ਉਹ ਵੀ ਬਣਾ ਰਿਹਾ ਤਾਂ ਕਿ ਸ਼ਹਿਰ ਦੇ ਵਿੱਚੋਂ ਜਿਹੜਾ ਟ੍ਰੈਫਿਕ ਹੈ ਉਹਨੂੰ ਘਟਾਇਆ ਜਾ ਸਕੇ। ਔਰ ਅਸੀਂ ਜਦੋਂ ਤੱਕ ਲੋਕਾਂ ਨੂੰ ਕੋਈ ਥਾਂ ਹੀ ਨਹੀਂ ਦੇਵਾਂਗੇ ਤਾਂ ਅਗਲਾ ਆਪਦੀ ਗੱਡੀ ਜਾਂ ਆਪਦਾ ਵਹੀਕਲ ਆਊਗਾ। ਸੋ ਉਹ ਵੀ ਅਸੀਂ ਮੰਡੀ 'ਚ ਬਣਾਉਣ ਦੀ ਸੋਚਦੇ ਸੀ, ਪਰ ਉੱਥੇ ਦਰਖਤ ਕੱਟਣੇ ਪੈ ਰਹੇ ਸੀ, ਵੈਂਡਰ ਪਾਲਿਸੀ ਦੇ ਖੋਖਿਆਂ ਵਾਲਿਆਂ ਦਾ ਉਜਾੜਾ ਹੋ ਜਾਣਾ ਸੀ। ਸੋ ਹੁਣ ਮੇਰੀ ਇੱਛਾ ਕਿ ਕਾਰਪੋਰੇਸ਼ਨ ਜਿਹੜੀ ਸ਼ਹਿਰ ਦੇ ਵਿੱਚ ਹੀ ਆ ਉੱਥੇ ਅਸੀਂ ਮਲਟੀ ਸਟੋਰੀ ਨਾਲ ਹੀ ਪਾਰਕਿੰਗ ਬਣਾ ਰਹੇ ਹਾਂ ਤਾਂ ਕਿ ਲੋਕਾਂ ਨੂੰ ਪਾਰਕਿੰਗ ਦੀ ਵੀ ਸਹੂਲਤ ਔਰ ਸ਼ਹਿਰ ਦੇ ਵਿੱਚੋਂ ਟ੍ਰੈਫਿਕ ਘਟੇ। ਸੋ ਇਹਦੇ ਨਾਲ ਮੈਂ ਲਾਸਟ 'ਤੇ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੈਂ ਧੰਨਵਾਦ ਕਰਦਾ ਆਪਣੇ ਪ੍ਰਧਾਨ ਜਿਹੜੇ ਮੇਰੇ ਕਾਂਗਰਸ ਦੇ ਹੈਗੇ ਨੇ ਨਵਜੋਤ ਸਿੱਧੂ ਜੀ। ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਕਿ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਰੈਲੀ ਉਹਨਾਂ ਨੇ ਮੇਰੇ ਕਹਿਣ 'ਤੇ ਮੋਗੇ ਰੱਖੀ ਹੈ ਔਰ ਉਸ ਰੈਲੀ ਦੇ ਵਿੱਚ ਤੁਸੀਂ ਸਾਰੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਆ, ਵੱਡੀ ਪੱਧਰ 'ਤੇ ਤੁਸੀਂ ਸ਼ਾਮਲ ਹੋਏ ਹੋ। ਔਰ ਨਵਜੋਤ ਸਿੱਧੂ ਜੀ ਤੁਹਾਨੂੰ ਪਤਾ ਕਿ ਰੈਲੀ 'ਚ ਪਹੁੰਚਣ ਤੋਂ ਪਹਿਲਾਂ ਕਰੀਬ 2 ਘੰਟੇ ਤੁਹਾਡੇ ਭਰਾ ਦੇ, ਤੁਹਾਡੇ ਬੱਚੇ ਦੇ, ਹਰਜੋਤ ਦੇ, ਤੁਹਾਡੇ MLA ਦੇ ਘਰੇ ਰੁਕ ਕੇ ਮੇਰੇ ਨਾਲ ਬੜਾ ਪਿਆਰ ਜਤਾਇਆ ਉਹਨਾਂ ਨੇ, ਮੇਰੇ ਪਰਿਵਾਰ ਨਾਲ ਤੁਸੀਂ ਵੀ ਉੱਥੇ ਹਾਜ਼ਰ ਹੋਏ ਔਰ ਉਸ ਤੋਂ ਬਾਅਦ ਉਹਨਾਂ ਨੇ ਰੈਲੀ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਲੋਕਾਂ ਨੂੰ ਆਪਣਾ ਸੰਦੇਸ਼ ਦਿੱਤਾ। ਮੈਂ ਮਾਣ ਮਹਿਸੂਸ ਕਰਦਾ ਕਿ ਪਹਿਲੀ ਪ੍ਰਧਾਨ ਬਣਨ ਤੋਂ ਰੈਲੀ ਉਹਨਾਂ ਨੇ ਮੇਰੇ ਕਹਿਣ 'ਤੇ ਮੇਰੇ ਮੋਗੇ 'ਚ ਕੀਤੀ। ਇਸੇ ਤਰੀਕੇ ਦੇ ਨਾਲ ਚਰਨਜੀਤ ਚੰਨੀ ਜੀ, ਉਹ ਵੀ ਤੁਹਾਨੂੰ ਪਤਾ ਕਿ ਮੇਰੇ ਨਾਲ ਉਹਨਾਂ ਦਾ ਨਿੱਜੀ ਪਿਆਰ ਹੈਗਾ। ਮੈਨੂੰ ਪਿਛਲੀ ਵਾਰ MLA ਬਣਾਉਣ 'ਚ ਜਿੱਥੇ ਮੇਰੇ ਵੱਡੇ ਭਰਾ ਕੁਲਜੀਤ ਨਾਗਰਾ ਜੀ ਦਾ ਨੂੰ ਸਿਹਰਾ ਜਾਂਦਾ ਕਿ ਮੈਨੂੰ ਕਾਂਗਰਸ 'ਚ ਯੂਥ ਕਾਂਗਰਸ 'ਚ ਸ਼ਾਮਲ ਹੀ ਉਹਨਾਂ ਨੇ ਕਰਾਇਆ ਔਰ ਅੱਜ ਤਾਈਂ ਮੈਨੂੰ ਵੱਡੇ ਭਰਾਵਾਂ ਵਰਗਾ ਪਿਆਰ ਦਿੰਦੇ ਨੇ। ਉਹ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਨੇ। ਅੱਜ ਉਹ ਕਦੇ ਇਹ ਪੰਜਾਬ ਦੇ ਵਿੱਚੋਂ ਜਗਮੀਤ ਬਰਾੜ ਜੀ ਸੀਗੇ, ਉਸ ਤੋਂ ਬਾਅਦ
ਇੱਥੋਂ ਸਾਡੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਰਹੇ ਨੇ ਵਰਕਿੰਗ ਕਮੇਟੀ ਕਾਂਗਰਸ ਦੇ ਮੈਂਬਰ, ਔਰ ਹੁਣ ਪੰਜਾਬ ਦੇ ਵਿੱਚੋਂ ਇੱਕੋ ਇੱਕ ਜਿਹੜੇ ਨੇ ਉਹ ਕੁਲਜੀਤ ਨਾਗਰਾ ਵਰਕਿੰਗ ਕਮੇਟੀ ਦੇ ਮੈਂਬਰ ਨੇ, ਔਰ ਪੰਜਾਬ ਦੇ ਉਹ ਐਕਟਿੰਗ ਪ੍ਰਧਾਨ ਹੈਗੇ ਨੇ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਹਮੇਸ਼ਾ ਮੇਰੇ ਨਾਲ ਉਹ ਬਣੇ ਰਹੇ ਨੇ ਵੱਡੇ ਭਰਾਵਾਂ ਵਾਂਗ। ਔਰ ਚਰਨਜੀਤ ਚੰਨੀ ਜੀ ਮੁੱਖ ਮੰਤਰੀ ਬਣੇ ਨੇ ਪੰਜਾਬ ਦੇ, ਔਰ ਮੇਰੇ ਨਾਲ ਜਿਹੜਾ ਉਹਨਾਂ ਦਾ ਨਿੱਜੀ ਪਿਆਰ ਸੀ, ਮੈਨੂੰ ਟਿਕਟ ਦਿਵਾਉਣ 'ਚ, MLA ਬਣਾਉਣ 'ਚ ਜਿੰਨਾ ਉਹਨਾਂ ਦਾ ਯੋਗਦਾਨ ਹੈ ਉਹ ਤੁਹਾਡੇ ਤੋਂ ਕਦੇ ਮੈਂ ਲੁਕੋਇਆ ਨਹੀਂ, ਹਮੇਸ਼ਾ ਮੈਂ ਕਹਿੰਦਾ। ਔਰ ਚਾਹੇ ਉਹ ਸਾਈਕਲ ਯਾਤਰਾ ਕੀਤੀ ਉਹਨਾਂ ਨੇ ਜਦੋਂ ਸਰਕਾਰ ਨਹੀਂ, ਚੰਨੀ ਜੀ ਇੱਥੇ ਅਗਰਸੈਨ ਮਹਾਰਾਜ ਦੀ ਮੂਰਤੀ ਦੀ ਸਥਾਪਨਾ ਕਰਕੇ ਗਏ ਨੇ, ਉਹਨਾਂ ਦੀ ਪ੍ਰਤਿਮਾ ਦੀ, ਔਰ ਅਗਰਵਾਲ ਭਾਈਚਾਰੇ ਨੂੰ ਬੜਾ ਮਾਨ ਸਨਮਾਨ ਦੇ ਕੇ ਗਏ ਨੇ। ਔਰ ਇਸ ਗੱਲ ਦਾ ਵੀ ਮੈਂ ਮਾਣ ਮਹਿਸੂਸ ਕਰਦਾ ਕਿ ਮੋਗੇ ਦੇ ਵਿੱਚ ਜਦੋਂ ਉਹ ਆਏ ਆ, ਮੇਰੇ ਘਰ ਜਾ ਕੇ ਵੀ ਮੇਰਾ ਮਾਣ ਵਧਾ ਕੇ ਆਏ ਆ। ਔਰ ਇੱਥੋਂ ਵੀ ਸਟੇਜ ਤੋਂ ਜੇ ਉਹਨਾਂ ਨੇ ਕਿਸੇ ਨੂੰ ਸੰਬੋਧਿਤ ਹੁੰਦਿਆਂ ਹੋਇਆਂ ਜੇ ਕਿਸੇ ਦਾ ਨਾਂ ਲਿਆ, ਤੇ ਤੁਸੀਂ ਸਾਰੇ ਗਵਾਹ ਹੋ ਕਿ ਇਕੱਲਾ ਹਰਜੋਤ ਕਮਲ ਨੂੰ ਹੀ ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਥਾਪੀ ਦਿੱਤੀ ਆ, ਔਰ ਉਹ ਇੱਕੋ ਹੀ ਨਾਂ ਉਹਨਾਂ ਨੇ ਹਰ ਵਾਰੀ ਭਾਸ਼ਣ ਦੇ ਵਿੱਚ ਬੋਲਿਆ, ਆਪ ਦਾ ਛੋਟਾ ਭਰਾ ਕਹਿ ਕੇ ਹਰਜੋਤ ਕਮਲ। ਮੈਨੂੰ ਇਸ ਗੱਲ ਦਾ ਮਾਣ ਮਹਿਸੂਸ ਹੈ। ਔਰ ਫੰਡਾਂ ਦੀ ਗੱਲ ਵੀ ਉਹਨਾਂ ਨੇ ਇਹ ਕੀਤੀ ਕਿ ਭਰਾ ਆ ਮੇਰਾ, ਜੋ ਮੰਗੂਗਾ ਮੈਂ ਖਾਲੀ ਕਾਗਜ਼ 'ਤੇ ਸਾਈਨ ਕਰ ਦੇਣੇ, ਜਿਹੜੇ ਮਰਜ਼ੀ ਚੈੱਕ ਭਰਾ ਲਵੇ। ਸੋ ਮੈਨੂੰ ਉਹਨਾਂ ਨੇ ਕਦੇ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ। 25 ਕਰੋੜ ਰੁਪਈਆ ਪਹਿਲਾਂ ਦਿੱਤਾ ਸੀ, ਜਿਹਦੇ ਕਰਕੇ ਮੈਂ ਤੁਹਾਡੀਆਂ ਸਾਰੀਆਂ ਸੜਕਾਂ ਅਤੇ ਤੁਹਾਡੀਆਂ ਗਲੀਆਂ ਅਤੇ ਤੁਹਾਡੇ ਆ ਜਿਹੜੇ ਪੁਆਇੰਟਸ ਹੈਗੇ ਆ ਐਂਟਰੀ ਪੁਆਇੰਟ ਉਹ ਬਣਾ ਸਕਿਆ। ਪਿੰਡਾਂ ਦੇ ਵਿੱਚ ਵੀ ਇੰਨੀਆਂ ਗਲੀਆਂ ਪੁਲ ਚੌੜੇ ਉਹ ਸਾਰੇ ਕਰਵਾ ਸਕਿਆ। 15 ਕਰੋੜ ਰੁਪਈਆ ਫਿਰ ਦਿੱਤਾ ਉਹਨਾਂ ਨੇ, ਜਿਹਦੇ ਨਾਲ ਮੈਂ ਓਪਨ ਜਿਮ ਅਤੇ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਲਿਆ ਰਿਹਾ। ਸੋ ਮੈਂ ਅਖੀਰ ਦੇ ਵਿੱਚ ਜਿੱਥੇ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਦਾ, ਉੱਥੇ ਹੀ ਮੈਂ ਆਪਣੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਿਆਂ ਹੋਇਆਂ ਆਪਣੇ ਮੋਗੇ ਹਲਕੇ ਦੇ ਉਹ ਸਾਰੇ ਲੋਕਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇੱਕ ਨੌਨ ਪੋਲੀਟੀਕਲ ਫੈਮਿਲੀ 'ਚੋਂ, ਮੇਰੇ ਪਰਿਵਾਰ 'ਚੋਂ ਕੋਈ ਬੰਦਾ ਸਿਆਸੀ ਨਹੀਂ ਹੈਗਾ, ਮੈਂ ਕੋਈ MLA ਜਾਂ ਮੰਤਰੀ ਦਾ ਮੁੰਡਾ ਨਹੀਂ ਸੀ, ਇੱਕ ਸਧਾਰਨ ਤੁਹਾਡੇ ਵਰਗੇ ਪਰਿਵਾਰਾਂ ਦੇ ਵਿੱਚੋਂ। ਔਰ ਤੁਸੀਂ ਮੈਨੂੰ ਅਤੇ ਮੇਰੀ ਪਾਰਟੀ ਨੇ ਮੈਨੂੰ ਇੰਨਾ ਮਾਣ ਦਿੱਤਾ ਕਿ ਤੁਸੀਂ ਪਿਛਲੀ ਵਾਰੀ ਮੈਨੂੰ ਲੀਡ ਦੇ ਕੇ ਇੱਥੋਂ ਮੋਗੇ ਤੋਂ MLA ਬਣਾਇਆ, ਜਿਤਾਇਆ। ਸੋ ਮੈਂ ਉਸ ਕੰਮ ਲਈ ਤੁਹਾਡਾ ਸ਼ੁਕਰਗੁਜ਼ਾਰ ਹਾਂ। ਔਰ ਮੈਂ ਇਹ ਵੀ ਮਹਿਸੂਸ ਕਰਦਾ ਕਿ ਹਾਲੇ ਭਾਵੇਂ ਉਦੋਂ 1764 ਦੀ ਲੀਡ ਸੀ, ਪਰ ਮੈਂ ਮਹਿਸੂਸ ਕਰਦਾ ਕਿ ਡਾਕਟਰ ਮਾਲਤੀ ਥਾਪਰ ਜੀ MLA ਬਣੇ ਸੀ ਅਤੇ 4 ਵੋਟਾਂ ਦੀ ਲੀਡ ਨਾਲ ਬਣੇ। ਉਦੋਂ ਚਲੋ ਬੰਦ ਸੀ, ਕੁਛ ਵੀ ਕਾਰਨ ਰਹੇ ਹੋਣ। ਉਦੋਂ ਬਾਅਦ ਜਿੰਨੇ ਵੀ MLA ਬਣੇ ਨੇ, ਕੋਈ 300 ਕੁਛ ਦੀ ਲੀਡ 'ਤੇ ਪਹਿਲੀ ਵਾਰੀ ਜਿੰਨੇ ਬਣੇ ਨੇ, ਔਰ ਕੁਛ 1100 ਦੀ ਲੀਡ 'ਤੇ। ਅਤੇ ਮੈਨੂੰ ਇਹ ਮਾਣ ਆ ਤੁਹਾਡੇ ਨਾਲ ਕਿ ਮੈਂ ਸਾਰਿਆਂ ਤੋਂ ਵੱਧ 1764 ਦੀ ਲੀਡ 'ਤੇ ਪਹਿਲੀ ਵਾਰੀ ਚੁਣਿਆ ਗਿਆ। ਔਰ ਤੁਹਾਡਾ ਜਿਹੜਾ ਪਿਆਰ ਆ, ਤੁਹਾਡਾ ਜਿਹੜਾ ਮੇਰੇ ਨਾਲ ਪਰਸਨਲ, ਜਿਵੇਂ ਤੁਸੀਂ ਮੈਨੂੰ ਪਿਆਰ ਕਰਦੇ ਹੋ, ਲਗਾਇਆ, ਔਰ ਪਾਰਟੀ ਜਿੰਨਾ ਮੈਨੂੰ ਮਾਣ ਸਤਿਕਾਰ ਔਰ ਜਿੰਨਾ ਮੈਨੂੰ ਉਹ ਪਾਰਟੀ ਉੱਪਰ ਚੱਕ ਰਹੀ ਆ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਇਸ ਵਾਰੀ ਫਿਰ ਪਾਰਟੀ ਨੇ ਸਪਸ਼ਟ ਸੰਦੇਸ਼ ਦੇ ਦਿੱਤਾ। ਔਰ ਮੇਰੇ ਮੁੱਖ ਮੰਤਰੀ ਜੀ ਵੀ ਮੈਨੂੰ ਘਰੇ ਆ ਕੇ ਵੀ ਥਾਪੀ ਦੇ ਕੇ ਗਏ ਨੇ ਔਰ ਕਹਿ ਕੇ ਗਏ ਨੇ ਕਿ ਤਕੜਾ ਹੋ ਕੇ ਕੰਮ ਕਰ। ਸੋ ਅੱਜ ਜਿਹੜਾ ਸਾਡੇ ਪ੍ਰਧਾਨ ਚੇਂਜ ਹੋਏ ਆ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਬਰਾੜ, ਉਹਨਾਂ ਨੂੰ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ। ਔਰ ਸਾਡੇ ਧਰਮਕੋਟ ਤੋਂ ਡਿੰਪਲ ਜੀ, ਪਰਮਿੰਦਰ ਜੀ, ਉਹਨਾਂ ਨੂੰ ਨਾਲ ਉਹਨਾਂ ਦੇ ਐਕਟਿੰਗ ਪ੍ਰਧਾਨ। ਔਰ ਬੜੇ ਪੁਰਾਣੇ ਸਾਡੇ ਮਖੀਜਾ ਫੈਮਿਲੀ, ਜਿਨ੍ਹਾਂ ਨੇ ਅੱਤਵਾਦ ਦੇ ਦੌਰਾਨ ਬੜਾ ਕਸ਼ਟ ਝੱਲਿਆ ਔਰ ਕਾਂਗਰਸ ਨਾਲ ਹਮੇਸ਼ਾ ਖੜੇ ਰਹੇ, ਪਾਰਟੀ ਦਾ ਮੈਂ ਧੰਨਵਾਦ ਕਰਦਾ। ਉਹਨਾਂ ਨੂੰ ਵੀ ਮਾਨ ਸਨਮਾਨ ਦਿੱਤਾ ਔਰ ਉਹਨਾਂ ਨੂੰ ਵੀ ਐਕਟਿੰਗ ਪ੍ਰਧਾਨ ਲਾਇਆ। ਸੋ ਅੱਜ ਅਸੀਂ ਇਹਨਾਂ ਤਿੰਨੇ ਹੀ ਜਿਹੜੇ ਮੇਰੇ ਪ੍ਰਧਾਨ ਹੈਗੇ ਨੇ, ਕਮਲਜੀਤ ਬਰਾੜ ਜੀ, ਪਰਮਿੰਦਰ, ਡਿੰਪਲ ਜੀ, ਮਖੀਜਾ ਸਾਹਿਬ, 1 ਵਜੇ ਮੇਰੇ ਜਿਹੜਾ GT ਰੋਡ ਵਾਲਾ ਦਫ਼ਤਰ ਆ, ਅਸੀਂ ਉੱਥੇ ਉਹਨਾਂ ਨੂੰ ਜੀ ਆਇਆਂ ਕਵਾਂਗੇ, ਉਹਨਾਂ ਦਾ ਸਨਮਾਨ ਕਰਾਂਗੇ ਔਰ ਲੱਡੂਆਂ ਦੇ ਨਾਲ ਸਾਰੇ ਲੋਕਾਂ ਨੂੰ ਵਧਾਈ ਸੰਦੇਸ਼ ਉੱਥੋਂ ਦੇਵਾਂਗੇ। ਔਰ ਕੱਲ੍ਹ ਨੂੰ ਜਿਹੜਾ ਇੱਥੇ ਮੈਨੂੰ ਪਤਾ ਲੱਗਿਆ ਕਿ ਜਿਹੜਾ ਮੈਂ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਕਿ ਤਕਰੀਬਨ 12:30 ਵਜੇ ਦੇ ਕਰੀਬ ਨਵਜੋਤ ਸਿੱਧੂ ਜੀ ਲੇਬਰ ਦੀ ਰੈਲੀ ਜਿਹੜੀ ਆ ਉਹਨੂੰ ਸੰਬੋਧਨ ਕਰਨ ਆ ਰਹੇ ਆ ਮੰਡੀ ਦੇ ਵਿੱਚ। ਔਰ ਇਸੇ ਤਰੀਕੇ ਦੇ ਨਾਲ ਆਯੂਸ਼ ਦਾ ਜਿਹੜਾ ਹਸਪੀਟਲ ਆ ਉਹਨੂੰ ਇੱਥੇ ਸਥਾਪਿਤ ਔਰ ਉਹਦਾ ਉਦਘਾਟਨ ਕਰਨ ਵਾਸਤੇ, ਲੋਕਾਂ ਨੂੰ ਸਮਰਪਿਤ ਕਰਨ ਵਾਸਤੇ
डिप्टी मुख मंत्री OP सोनी जी आ रहे हैगे कल 3 वजे। तो सारिਆਂ ਨੂੰ मैं ਤੁਹਾਨੂੰ जिथे हार्दिक सद्दा दिना उत्थे ही मैं तुहाडे नाल इस गल का वादा करदा कि जिवें मैं पिछली बारी आपदा GT रोड ते दफ्तर खोल के तुहाडी सेवा च हाज़र रहा और हर दे दुख सुख दे विच खुशी गमी दे विच हाज़र हुंदा रहा। शहर दी डिवेलपमेंट वास्ते आप ते अपनी पूरी टीम ते परिवार दे नाल तुहाडे च हाज़र रहा। इस बार फिर मैं इस गल वास्ते तुहानूं वादा करदा और मैं तुहानूं इस गल वास्ते जो लोगों की जां कई बंदे इदां दी मंग करते मैं एफीडेविट भर के दूँगा जो मेरी सरकार वादे करूगी और जो मैं तुहाडे नाल कामां दा वादा कीता सी वो मैं पूरे कीते और जिहड़े मैं अधूरे हैगे वो काम चल रहे आ और जिहड़े हुण तुहाडे नाल मैं 2022 दी इलैक्शन कांग्रेस पार्टी की टिकट ते मैं मोगे तो जदों लड़ूंगा तो वो मैं तुहाडे नाल वादे जिहड़े करूँगा मैं तुहानूं लिखती तौर पर दूँगा और आउण वाले 22 तो लैके 27 ताईं वो सारे वादे पूरे करके दूँगा। और तुहानूं मैं फिर अपील करदा बेनती करदा कि जिवें तुसीं 17 दे विच मेरा साथ दिता सी मैनूं पार्टी ने पूरा समर्थन देता और मैनूं क्लीयर कट कह दिता कि मोगे तो कांग्रेस का सिटिंग MLA जिहड़ा उही दुआरा चोण लड़ूगा। सो मैं पूरा तैयार हाँ और मैं अपने नवे दफ्तर का भी अज तुहानूं भी बुला के दस दिता कि भी मैं बाजार दे विचों शुरू करता और मेरी हर तरीके दे नाल 2022 की कांग्रेस पार्टी की टिकट ते चोण लड़न की तैयारी है और परमात्मा की ते तुहाडे सारियां दी किरपा दे नाल आपां फिर एक बारी वड्डी लीड दे उत्ते इत्थों जित के तुहाडी सेवा करूँगा। बहुत धन्यवाद। देखो समय तो पहला कोई गल करनी जिहड़ी आ वो वाजिब नहीं हैगी। मैं सिटिंग MLA हाँ मेरी टिकट का तो मैनूं उन्होंने मेरी पार्टी ने मैनूं थापी दिती भी है मैं काम कर रहा। सो इदां दा मैनूं कोई खदशा जां कोई डर ही नहीं हैगा कि कोई कांग्रेस की पार्टी च मेरी टिकट के उत्ते कोई आऊगा। हाँ किसी ने भी चोण किसी होर पार्टी तो लड़नी है उन्होंने जी आया। ये डेमोक्रेसी है इत्थे डेमोक्रेटिक ढंग है जिहड़ा मर्जी जिथों मर्जी लड़े पर कांग्रेस की टिकट जिहड़ी है वो ऑलरेडी मेरी पार्टी ने मैनूं थापी दिती भी है और मैं ये पार्टियां समझदियां होंदियां कि एक सिटिंग MLA जिन्हें 10 साल पहला मेहनत करके और लोगों के जिहड़ा हैगा वो समर्थन दे नाल और इत्थों जिहड़ा हैगा जिहड़ियां सर्वे दीयां रिपोर्टां दे नाल टिकट लई सीगी और वो जित्तिया हुआ हैगा और अज कारपोरेशन दे विच सारे वार्डां दे विच चाहे कोई जिते वे चाहे हारे आ मेरी अपनी टीम है। 32 मेरे कौंसलर जिते वे हर पिंड दे विच मेरी अपनी सरपंच जिते वे मेरी अपनी टीम है। सारे ब्लॉक समतियां असीं जिते ब्लॉक समति का चेयरमैन मेरा 2 मेरे हल्के च जिला परिषद आउंदियां दोनों ही असीं जिला परिषद जित्तियां भी। सो एड्डी वड्डी एक टीम दे नाल चाहे पिंडां दे विच है चाहे शहर दे विच है जिथे कि मैं समझदा कि कांग्रेस पार्टी की वोट नाल ला के और परसनल एड्डी वड्डी टीम दे नाल जिन्हों कांग्रेस ने MLA बनाया होवे और जिन्हें शहर दे विच और पिंडां दे विच इन्ना काम कीता होवे अपनी एक टीम बनाई भी होवे उहदी टिकट कट्टण दा कोई पार्टी जोखम लऊगी नहीं कदे भी। पर यह कांग्रेस की कवायत रही है रवायत रही है तुसीं भी जाणदे हो। डॉक्टर मालती जी नूं 92 च टिकट मिली सी 97 च उन्होंने ही रिपीट किया गया उन्होंने ही टिकट दी गई।